अपना आज का टॉपिक है अबाउट ट्रीज, बाइनरी ट्री एंड देयर एप्लीकेशंस। तो ट्री डाटा स्ट्रक्चर बारे ਆਪਾਂ ਅੱਜ ਗੱਲ ਕਰਾਂਗੇ, ਸ਼ੁਰੂ ਕਰਾਂਗੇ ਐਂਡ ਨੈਕਸਟ 2 और 3 ਲੈਕਚਰਸ ਆਪਾਂ ਡਿਟੇਲ ਦੇ ਵਿੱਚ ਦੇਖਾਂਗੇ ਕਿ ਟਰੀਜ਼ ਨੂੰ ਕਿਵੇਂ ਇੰਪਲੀਮੈਂਟ ਕਰਨਾ ਹੈ ਔਰ ਉਹਨਾਂ ਦੀ ਕੰਪਲੈਕਸਿਟੀ ਬਾਰੇ, ਉਹਨਾਂ ਦੀਆਂ ਐਪਲੀਕੇਸ਼ਨਸ ਬਾਰੇ ਆਪਾਂ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਤਾਂ ਟਰੀਜ਼ ਦੀ ਜ਼ਰੂਰਤ ਕਿਉਂ ਪਈ? ਜਿਹੜਾ ਆਪਾਂ ਡਾਟਾ ਸਟਰਕਚਰ ਯੂਜ਼ ਕੀਤਾ, ਪਹਿਲਾਂ ਆਪਾਂ ਐਰੇਜ਼ ਦੀ ਗੱਲ ਕੀਤੀ। तो in case of array which is a static memory allocation, जो अपनी memory allocate होंदी है वो compile time ਦੇ ਉੱਪਰ ਹੋ ਜਾਂਦੀ ਹੈ। so we have to inform the system in advance ਕਿ ਆਪਾਂ ਨੂੰ ਕਿੰਨੀ memory required ਹੈ। so ਜੇ ਆਪਾਂ ਨੂੰ ਪਤਾ ਹੈ ਪਹਿਲਾਂ ਹੀ ਕਿ ਆਪਾਂ ਨੂੰ ਕਿੰਨੀ memory ਚਾਹੀਦੀ ਹੋਏਗੀ, then arrays are the best way to implement or to store the data, to implement any kind of data structure। but ਜਦੋਂ ਆਪਾਂ ਦੀ ਇਨਫੋਰਮੇਸ਼ਨ ਡਾਇਨਾਮਿਕ ਹੋ ਜਾਂਦੀ ਹੈ, ਆਪਾਂ ਨੂੰ ਐਡਵਾਂਸ ਦੇ ਵਿੱਚ ਨਹੀਂ ਪਤਾ ਹੁੰਦਾ ਕਿ ਆਪਾਂ ਕਿੰਨੀ ਮੈਮਰੀ ਆਪਾਂ ਨੂੰ ਚਾਹੀਦੀ ਹੈ, ਫਿਰ ਆਪਾਂ ਡਾਇਨਾਮਿਕ ਮੈਮਰੀ ਐਲੋਕੇਸ਼ਨ ਦਾ ਕਨਸੈਪਟ ਯੂਜ਼ ਕਰਦੇ ਹਾਂ, ਜਿਹਦੇ ਵਿੱਚ ਐਰੇਜ਼ ਨਹੀਂ ਯੂਜ਼ ਹੁੰਦੀਆਂ ਬਲਕਿ ਲਿੰਕਡ ਲਿਸਟ ਯੂਜ਼ ਹੁੰਦੀ ਹੈ। ਸੋ ਲਿੰਕ ਲਿਸਟ ਦੇ ਹੈਲਪ ਦੇ ਨਾਲ ਆਪਾਂ ਸਾਰੀਆਂ ਚੀਜ਼ਾਂ ਨੂੰ ਇੰਪਲੀਮੈਂਟ ਕਰਦੇ ਹਾਂ। ਜਿਵੇਂ ਆਪਾਂ ਸਟੈਕ ਇੰਪਲੀਮੈਂਟ ਕੀਤੀ ਜਾਂ ਕਿਊਜ਼ ਇੰਪਲੀਮੈਂਟ ਕੀਤੀਆਂ, ਦੋਨਾਂ ਦੀ ਇੰਪਲੀਮੈਂਟੇਸ਼ਨ ਥਰੂ ਐਰੇ ਵੀ ਹੋ ਜਾਂਦੀ ਹੈ, ਦੋਨਾਂ ਦੀ ਇੰਪਲੀਮੈਂਟੇਸ਼ਨ ਥਰੂ ਲਿੰਕ ਲਿਸਟ ਵੀ ਹੋ ਜਾਂਦੀ ਹੈ। ਸੋ ਡਿਪੈਂਡਿੰਗ ਅਪਨ ਦ ਕਾइंड ऑफ डेटा, डिपेंडिंग upon the kind of application, either we have to select arrays or we have to select linked list। but linked list ਦੀ ਵੀ ਇੱਕ ਡਿਸਐਡਵਾਂਟੇਜ ਹੈ ਕਿ ਲਿੰਕ ਲਿਸਟ ਦੇ ਵਿੱਚ ਜਿਹੜੇ ਮੋਸਟ ਆਫ ਦਾ ਆਪਰੇਸ਼ਨਸ ਹੈ ਉਹ ਆਪਣੇ n that are of the order of n। n means size of input, ਜਿੰਨੀਆਂ ਆਪਣੀਆਂ ਵੈਲਿਊਜ਼ ਇਨਪੁਟ ਹੋਣਗੀਆਂ ਉਹਦੇ ਹਿਸਾਬ ਨਾਲ ਹੀ ਇੰਸਰਸ਼ਨ ਡਿਲੀਸ਼ਨ ਜਿਹੜਾ ਆਪਰੇਸ਼ਨ ਹੈ ਉਹ ਆਫ ਦੀ ਆਰਡਰ ਆਫ n ਹੋਏਗਾ। ਕਿਉਂਕਿ ਜਦੋਂ ਆਪਾਂ ਇੰਸਰਸ਼ਨ ਕਰਨੀ ਹੈ, ਫॉर एग्जांपल ਵਰਸਟ ਕੇਸ ਕੀ ਹੋਏਗਾ, ਬੈਸਟ ਕੇਸ ਕੀ ਹੋਏਗਾ ਇੰਸਰਸ਼ਨ ਵਾਸਤੇ, ਕਿ ਇੰਸਰਸ਼ਨ ਜਿਹੜੀ ਹੈ ਫਰਸਟ ਨੋਡ ਦੇ ਵਿੱਚ ਹੀ ਹੋਏਗੀ। ਜਿਵੇਂ ਕਿ ਆਪਾਂ ਸਟੈਕ ਦੇ ਕੇਸ ਦੇ ਵਿੱਚ ਵੀ ਸਟੱਡੀ ਕੀਤਾ, ਤਾਂ ਜਦੋਂ ਆਪਾਂ ਇੰਸਰਸ਼ਨ ਐਟ ਦਾ ਫਰਸਟ ਨੋਡ ਕਰਦੇ ਹਾਂ, ਦੈਟ ਇਜ਼ ਆਵਰ ਬੈਸਟ ਕੇਸ। ਤੇ ਜੇ ਇੰਸਰਸ਼ਨ ਲਾਸਟ ਨੋਡ ਤੇ ਹੋਵੇ ਤਾਂ ਜੇ ਮੇਰੇ ਕੋਲ n ਨੰਬਰ ਆਫ ਨੋਡ ਹੈਗੀਆਂ ਨੇ ਤਾਂ ਮੈਨੂੰ ਟਰੈਵਲ ਕਰਕੇ ਲਾਸਟ ਨੋਡ ਤੱਕ ਸ਼ਿਫਟ ਕਰਨਾ ਪਏਗਾ ਆਪਣੇ ਪੁਆਇੰਟਰ ਨੂੰ, ਤਾਂ ਮੈਂ ਉੱਥੇ ਜਾ ਕੇ ਆਪਣੀ ਨਵੀਂ ਨੋਡ ਜਿਹੜੀ ਹੈ ਇਨਸਰਟ ਕਰ ਸਕਦਾ ਹਾਂ। ਸੋ in that case the complexity of my algorithm will be of the order of n। similarly deletion ਦੇ ਕੇਸ ਦੇ ਵਿੱਚ ਵੀ ਬੈਸਟ ਕੇਸ ਤਾਂ ਬੈਸਟ ਕੇਸ ਜਿਹੜਾ ਹੈ that will be always constant, ਠੀਕ ਹੈ, ਇਨ ਕੇਸ ਆਫ ਡਿਲੀਸ਼ਨ ਔਰ ਇਨ ਕੇਸ ਆਫ ਇੰਸਰਸ਼ਨ। ਸੋ ਬੈਸਟ ਕੇਸ ਦੇ ਵਿੱਚ ਆਪਣਾ ਕਾਂਸਟੈਂਟ ਟਾਈਮ ਲੱਗਦਾ ਹੈ, ਬਟ ਜਦੋਂ ਆਪਾਂ ਵਰਸਟ ਕੇਸ ਦੀ ਗੱਲ ਕਰਦੇ ਹਾਂ ਤਾਂ ਆਪਣਾ ਜਿਹੜਾ ਐਲਗੋਰਿਦਮ ਹੈ ਦੈਟ ਵਰਕਸ ਲਾਈਕ ਆਫ ਦੀ ਆਰਡਰ ਆਫ n। ਦੈਟ ਮੀਨਸ ਜਿੰਨੀ ਆਪਣੇ ਕੋਲ ਇਨਪੁਟ ਵੈਲਿਊਜ਼ ਹੋਣਗੀਆਂ ਉਨੀ ਵਾਰੀ ਆਪਾਂ ਨੂੰ ਸ਼ਿਫਟਿੰਗ ਆਪਰੇਸ਼ਨ ਜਾਂ ਲੂਪ ਚਲਾਣੀ ਪਏਗੀ, ਜਿਹਦੇ ਕਰਕੇ ਆਪਣਾ ਜਿਹੜਾ ਐਲਗੋਰਿਦਮ ਹੈ n ਟਾਈਮ ਲੈਂਦਾ ਹੈ। ਬਟ ਜਦੋਂ ਲਿਸਟ ਛੋਟੀ ਹੋਵੇ ਤਾਂ ਇਹ n ਮੈਟਰ ਨਹੀਂ ਕਰਦਾ। ਜਿਵੇਂ ਕਿ ਆਪਾਂ ਪਹਿਲਾਂ ਵੀ ਗੱਲ ਕੀਤੀ ਹੋਈ ਹੈ ਕਿ ਬਿਗ ਔਰ ਨੋਟੇਸ਼ਨ ਆਲਵੇਜ਼ ਮੈਟਰਸ ਫॉर द ਵੈਰੀ ਲਾਰਜ ਅਮਾਉਂਟ ਆਫ ਵੈਲਿਊਜ਼। ਜਦੋਂ ਮੇਰੀ ਲਿਸਟ ਦੇ ਵਿੱਚ ਥਾਊਜ਼ੈਂਡਸ ਆਫ ਵੈਲਿਊਜ਼ ਔਰ ਲੈਕਸ ਆਫ ਵੈਲਿਊਜ਼ ਆ ਗਈਆਂ ਤਾਂ ਇਹ ਜਿਹੜਾ n ਟਾਈਮ ਹੈ ਬਹੁਤ ਜ਼ਿਆਦਾ ਹੁੰਦਾ ਹੈ। ਸੋ ਆਪਾਂ ਨੂੰ ਕੁਝ ਇਹੋ ਜਿਹੀ ਡਾਟਾ ਸਟਰਕਚਰ ਚਾਹੀਦਾ ਹੈ ਜਿੱਥੇ ਆਪਾਂ ਇਸ ਟਾਈਮ ਨੂੰ ਘਟਾ ਸਕੀਏ। ਸੋ ਜਿਹੜਾ ਇੰਸਰਸ਼ਨ ਦਾ ਜਾਂ ਡਿਲੀਸ਼ਨ ਦਾ ਟਾਈਮ ਹੈ, ਜੇ ਸਮਹਾਉ ਆਪਾਂ ਘਟਾ ਸਕੀਏ ਤਾਂ ਆਪਾਂ ਜਿਹੜਾ ਹੈ ਉਹ ਆਪਣਾ ਐਲਗੋਰਿਦਮ ਜਿਹੜਾ ਉਹਨੂੰ ਫਾਸਟ ਕਰ ਸਕਦੇ ਹਾਂ। ਸੋ ਉਸਨੂੰ ਘਟਾਉਣ ਦਾ ਜਿਹੜਾ ਤਰੀਕਾ ਹੈ ਉਹ ਹੈ ਆਪਣਾ ਟਰੀਜ਼ ਦੀ ਫਾਰਮ ਦੇ ਵਿੱਚ। ਸੋ ਟਰੀਜ਼ ਜਿਹੜੇ ਨੇ ਉਹਨਾਂ ਵਿੱਚ ਜਦੋਂ ਡਾਟਾ ਇਨਸਰਟ ਕਰਨਾ ਹੁੰਦਾ ਜਾਂ ਡਾਟਾ ਡਿਲੀਟ ਕਰਨਾ ਹੁੰਦਾ, ਇਟ ਟੇਕਸ ਆਫ ਦੀ ਆਰਡਰ ਆਫ log n time, which is much better than n। so it is the average case for the most of the operation। ਤੁਸੀਂ insertion ਕਰਨੀ ਹੈ, ਤੁਸੀਂ deletion ਕਰਨੀ ਹੈ, ਤੁਸੀਂ searching ਕਰਨੀ ਹੈ, तो ਕਿਸੇ ਤਰ੍ਹਾਂ ਦੇ ਵੀ ਆਪਰੇਸ਼ਨ ਵਾਸਤੇ ਜਿੱਥੇ ਲਿੰਕ ਲਿਸਟ ਤੁਹਾਡਾ n ਟਾਈਮ ਲੈਂਦੀ ਹੈ ਉੱਥੇ ਹੀ ਤੁਹਾਡਾ ਟਰੀ ਜਿਹੜਾ ਹੈ ਉਹ log n ਟਾਈਮ ਲੈਂਦਾ ਹੈ। ਸੋ ਜਿਹੜਾ tree data structure ਹੈ that is much better than the linked list। so common application ਜਿਹੜੀਆਂ trees ਦੀਆਂ ਨੇ that is about the storing the directory structure of computer file system। ਜਿਹੜਾ ਤੁਸੀਂ ਦੇਖਿਆ ਹੋਏਗਾ FAT ਹੁੰਦਾ, file allocation table, ਜਾਂ ਤੁਹਾਡਾ NTFS ਚੱਲਦਾ ਹੈ, ਜਾਂ ਜਿਹੜੇ ਕੰਪਿਊਟਰ ਦੇ ਵਿੱਚ ਫਾਈਲ ਸਿਸਟਮ ਚੱਲਦਾ ਕਿ C ਡਰਾਈਵ ਹੈ, C ਡਰਾਈਵ ਦੇ ਅੱਗੇ ABC ਹੈ, ABC ਫੋਲਡਰ ਦੇ ਅੱਗੇ XYZ ਫੋਲਡਰ ਹੈ। ਸੋ ਉਹ ਜਿੰਨਾ ਵੀ ਸਟਰਕਚਰ ਹੈ ਐਟ ਦਾ ਬੈਕ ਐਂਡ ਇਨ ਦਾ ਫਾਰਮ ਆਫ ਟਰੀ ਉਹ ਸਟੋਰ ਹੁੰਦਾ ਹੈ। ਆਪਣੀ ਰੂਟ ਨੋਡ ਬਣਦੀ ਹੈ, ਫॉर एग्जांपल C ਡਰਾਈਵ ਆਪਣੀ ਰੂਟ ਨੋਡ ਹੈ ਜਾਂ D ਡਰਾਈਵ ਆਪਣੀ ਰੂਟ ਨੋਡ ਹੈ। ਬਾਕੀ ਸਾਰੀਆਂ ਜਿਹੜੇ ਡਾਇਰੈਕਟਰੀਜ਼ ਹੈਗੀਆਂ ਨੇ ਜਾਂ ਫਾਈਲਾਂ ਹੈਗੀਆਂ ਨੇ ਉਹਨਾਂ ਦੇ ਫਰਦਰ ਸਬ ਨੋਡਸ ਹੁੰਦੀਆਂ ਨੇ। ਸੋ ਟਰੀਜ਼ ਦੀ ਜਿਹੜੀ ਸਭ ਤੋਂ ਕਾਮਨ ਐਪਲੀਕੇਸ਼ਨ ਹੈ that is storing the directory structure of computer file system। then coming to the definition of tree,
A tree is a collection of 0 or more nodes. The very first definition, simplest definition, in the simple term we can say a tree की चीज है, it is a collection of 0 or more ਨੋਟਸ। तो ਜਦੋਂ ਆਪਾਂ ਕਲੈਕਟ ਕਰ ਲੈਂਦੇ ਆ ਕਿਸੇ ਖਾਸ ਤਰੀਕੇ ਦੇ ਨਾਲ, ਕਿਸੇ ਖਾਸ ਕੰਡੀਸ਼ਨ ਦੇ ਨਾਲ, ਇਹ ਨਹੀਂ ਹੈ ਕਿ ਕਲੈਕਸ਼ਨ ਕਿਸੇ ਤਰ੍ਹਾਂ ਵੀ ਹੋ ਜਾਵੇ। ਜਦੋਂ ਆਪਾਂ ਕਲੈਕਸ਼ਨ ਕਰਦੇ ਆ ਤਾਂ ਉਹਦਾ ਖਾਸ ਤਰੀਕਾ ਹੈ, ਜਿਵੇਂ ਲਿੰਕ ਲਿਸਟ ਵੀ ਇਟ ਇਜ਼ ਆਲਸੋ ਕਲੈਕਸ਼ਨ ਆਫ ਨੋਡ, ਸੋ ਟਰੀ ਇਜ਼ ਆਲਸੋ ਕਲੈਕਸ਼ਨ ਆਫ ਨੋਡ। ਬਟ ਉਹ ਜਿਹੜੇ ਕਲੈਕਸ਼ਨ ਆਫ ਨੋਡਸ ਹੈਗੀਆਂ ਨੇ ਉਹਦੇ ਵਿੱਚ ਇੱਕ ਖਾਸ ਕੰਡੀਸ਼ਨ ਲੱਗਦੀ ਹੈ ਕਿ ਉਹ ਨੋਡ ਕਿਸ ਤਰ੍ਹਾਂ ਬਣਨਗੀਆਂ ਜਾਂ ਕਿਸ ਤਰ੍ਹਾਂ ਅਟੈਚ ਹੋਣਗੀਆਂ ਤੁਹਾਡੇ ਐਗਜ਼ਿਸਟਿੰਗ ਨੋਡ ਦੇ ਨਾਲ। ਤਾਂ ਉਹ ਚੀਜ਼ਾਂ ਆਪਾਂ ਨੂੰ ਡਿਸਕ੍ਰਾਈਬ ਕਰਨੀਆਂ ਪੈਣਗੀਆਂ। ਸੋ ਟਰੀ ਵਿਦ 0 ਨੋਡ ਇਜ਼ ਕਾਲਡ ਐਨ ਐਮਪਟੀ ਟਰੀ। ਜਿਹੜਾ ਟਰੀ ਜੇ ਉਹਦੇ ਵਿੱਚ ਕੋਈ ਨੋਡ ਨਹੀਂ ਹੈਗੀ ਤਾਂ ਉਹਨੂੰ ਆਪਾਂ ਕਹਿੰਦੇ ਆ ਐਮਪਟੀ ਟਰੀ। ਓਕੇ, ਸੋ ਜੇ ਐਵਰੀ ਟਰੀ ਹੈਜ਼ ਅ ਸਪੈਸ਼ਲ ਔਰ ਡਿਸਟਿੰਗੁਇਸ਼ਡ ਨੋਡ ਕਾਲਡ ਦਾ ਰੂਟ ਨੋਡ। तो एक खास नोड होएगी जिन्हों ਆਪਾਂ रूट नोड करने हैं, ਜਿਹੜਾ ਕਿ ट्री ਦਾ ਸਟਾਰਟਿੰਗ ਪੁਆਇੰਟ ਹੁੰਦਾ ਹੈ। तो ਜਿਵੇਂ ਲਿੰਕ ਲਿਸਟ ਦੇ ਵਿੱਚ ਆਪਣੇ ਕੋਲ ਇੱਕ ਹੈਡ ਨਾਮ ਦਾ ਪੁਆਇੰਟਰ ਹੁੰਦਾ ਜਿਹੜਾ ਕਿ ਫਰਸਟ ਨੋਡ ਨੂੰ ਪੁਆਇੰਟ ਕਰਦਾ ਹੈ, ਉਸੇ ਤਰ੍ਹਾਂ ਆਪਣੇ ਕੋਲ ਇਹਦੇ ਵਿੱਚ ਇੱਕ ਰੂਟ ਨੋਡ ਹੁੰਦੀ ਹੈ ਜਿਹੜੀ ਕਿ ਸਟਾਰਟਿੰਗ ਪੁਆਇੰਟ ਆ ਤੁਹਾਡੇ ट्री ਦਾ। ਸਾਰੀਆਂ ਨੋਡਸ ਰੂਟ ਦੇ ਨਾਲ ਹੀ ਜੁੜੀਆਂ ਹੋਣਗੀਆਂ, ਰੂਟ ਤੋਂ ਹੀ ਅੱਗੇ ट्री ਐਕਸਪੈਂਡ ਕਰੇਗਾ। रूट अगेन कैन हैव 0 और मोर नोड्स अंडर इट। हर रूट दे अंदर ज्यादा कोई भी नोड नहीं होएगी ਜਾਂ ਇੱਕ ਤੋਂ ਵੱਧ ਨੋਡ ਵੀ ਹੋ ਸਕਦੀਆਂ ਨੇ। 0 और मोर ਘੱਟੋ ਘੱਟ ਮਿਨੀਮਮ ਪੋਸਿਬਿਲਿਟੀ ਕੀ ਹੈ ਕਿ ਰੂਟ ਨੋਡ ਇਕੱਲੀ ਹੈ, ਉਹਦੇ ਨਾਲ ਅੱਗੇ ਕੁਝ ਵੀ ਨਹੀਂ ਹੈਗਾ। ਮੋਰ ਮੀਨਸ ਉਹਦੇ ਨਾਲ ਅੱਗੇ ਇੱਕ ਨੋਡ ਵੀ ਹੋ ਸਕਦੀ ਹੈ, 2 ਵੀ ਹੋ ਸਕਦੀਆਂ, 5 ਵੀ ਹੋ ਸਕਦੀਆਂ, 10 ਵੀ ਹੋ ਸਕਦੀਆਂ, देयर इज नो लिमिट। सो दीज नोड्स आर कॉल्ड सब ट्री ऑफ द रूट, सब ट्री ऑफ द रूट। तो रूट ਦਾ ਇਹ ਸਬ ਟਰੀ ਹੈ। ट्री ਦੇ ਅੰਦਰ ਸਬ ਟਰੀ ਦੇ ਅੰਦਰ ਫਿਰ ਸਬ ਟਰੀ ਦੇ ਅੰਦਰ ਫਿਰ ਸਬ ਟਰੀ। तो ਇਹ ਇੱਕ ਰਿਕਰਸਿਵ ਡੈਫੀਨੇਸ਼ਨ ਬਣ ਜਾਂਦੀ ਹੈ। तो रूट of each subtree under the tree root R is called child of the root R। ਇਹਦਾ ਮਤਲਬ ਕੀ ਹੋ ਗਿਆ ਕਿ ਮੇਰੇ ਕੋਲ ਆ रूट नोड है, ठीक है। तो ਇਹਦੇ ਅੰਦਰ ਆ ਇੱਕ ਅਲੱਗ ਨੋਡ ਹੈ, ठीक है। दिस इज सब ट्री, दिस इज अनदर सब ट्री, ठीक है। एक होर सब ट्री बन गया ਜਿਹੜਾ ਆ ਇਸ सब ट्री ਦਾ, ਇਹ ਵਾਲੇ सब ट्री ਦਾ ਇਹ ਵਾਲੀ रूट नोड है, ਇਹ ਉਹਦਾ सब ट्री है, ठीक है। दिस इज द सब ट्री ऑफ दिस सब ट्री। सो इस ट्री ਦਾ ਇਹ ਪੂਰੇ ਦੇ ਪੂਰੇ ट्री ਦਾ ਵਿੱਚ ਕੀ ਹੈ, देयर आर नंबर ऑफ सब ट्री ਕਿ ਇੱਕ रूट नोड ਹੋਏਗੀ, ਉਸ रूट नोड ਦੇ ਅੱਗੇ ਜਿਹੜੇ ਲੈਫਟ ਸਾਈਡ ਤੇ ਜਾਂ ਰਾਈਟ ਸਾਈਡ ਤੇ ਜਾਂ ਜਿੰਨੇ ਵੀ ਉਹਦੇ ਨਾਲ ਚਿਲਡਰਨ ਅਟੈਚਡ ਹੈ ਉਹ ਸਾਰੇ ਹੀ ਸਾਰੇ ਆਪਣੇ ਆਪ ਦੇ ਵਿੱਚ ਇੱਕ ਟਰੀ ਹਨ। तो ਉਹਨਾਂ ਸਾਰੇ ਟਰੀਜ਼ ਨੂੰ ਸਬ ਟਰੀ ਕਿਹਾ ਜਾਂਦਾ ਹੈ। ਉਹਨਾਂ ਦੀ ਇੱਕ ਆਪਣੀ ਰੂਟ ਨੋਡ ਹੁੰਦੀ ਹੈ, तो ਆਪਣੀ ਰੂਟ ਨੋਡ ਦੇ ਅੰਦਰ ਅੱਗੇ ਫਿਰ ਉਹੀ ਸਬ ਟਰੀ। तो ਇਹ ਸਬ ਟਰੀ ਦਾ ਕਨਸੈਪਟ ਜਿਹੜਾ ਹੈ ਉਹ ਰਿਕਰਸਿਵ ਹੈ। तो रूट ऑफ ईच सब ट्री अंडर द ट्रीज रूट आर। सो ये मेरा आर है, तो ਇਹਦੇ ਅੰਦਰ ਜਿੰਨੇ ਵੀ सब ट्री ਨੇ ਉਹਨਾਂ ਦਾ ਜਿਹੜਾ रूट है, एक रूट ए हो गया, एक रूट ए हो गया। तो दो सब ट्री है, दोनों का एक एक रूट है, ठीक है। सो दीज आर कॉल्ड चाइल्ड ऑफ द रूट आर। ये आर दे चाइल्ड है, आर दा एक चाइल्ड ए है, एक चाइल्ड ए है, ठीक। तो आर इज कॉल्ड पेरेंट ऑफ ईच चाइल्ड ऑफ आर। आर दे जिन्ने भी चिल्ड्रन है, नंबर 1 नंबर 2 आर की है, इन्ना दोनों का पेरेंट है। तो दिस इज कॉल्ड पेरेंट नोड, दिस इज कॉल्ड पेरेंट नोड, दिस इज चाइल्ड नोड, child node, these are grandchildren, okay, and so on। So definition of tree is basically a recursive definition। The subtree of the root again have a subtree and so on। root ਦਾ ਜੋ subtree है, root ਦਾ ਜੋ ਆ subtree है, ਉਹਦੇ ਅੱਗੇ ਫੇਰ subtree है, ਉਹਦੇ ਅੱਗੇ ਫੇਰ subtree ਹੋ ਸਕਦਾ ਹੈ, ਉਹਦੇ ਅੱਗੇ ਫੇਰ subtree ਹੋ ਸਕਦਾ ਹੈ। So root of the subtree of the root again have a subtrees and this process continues up to any level, there is no end, ठीक है। So this is basically the recursive definition of a tree। then ਜੇ ਡੈਫੀਨੇਸ਼ਨ ਫਾਰਮਲੀ ਦੀ ਗੱਲ ਕਰੀਏ, this is the formal definition of tree, ਜਿਹੜੀ ਕਿ ਤੁਸੀਂ ਐਗਜ਼ਾਮ ਦੇ ਵਿੱਚ ਵੀ ਲਿਖ ਕੇ ਆ ਸਕਦੇ ਹੋ। a tree T is a collection of node। ਇਹ ਬੇਸਿਕਲੀ ਸਾਰਾ ਕੁਝ ਮੈਥਮੈਟਿਕਸ ਦੀ ਸੈਟ ਥਿਊਰੀ ਤੋਂ ਆਇਆ ਹੋਇਆ ਹੈ। ਸੋ ਸੈਟ ਥਿਊਰੀ ਦੀ ਹੀ ਆਪਾਂ ਇਹਦੇ ਵਿੱਚ ਗੱਲ ਕਰਦੇ ਹਾਂ। ਜਦੋਂ ਸੈਟ ਕੀ ਹੈ, ਇਟ ਇਜ਼ ਜਸਟ ਅ ਕਲੈਕਸ਼ਨ ਆਫ ਨੋਡ। ਸੋ ਟਰੀ ਇਜ਼ ਆਲਸੋ ਅ ਸੈਟ, it is a set of nodes, you can say collection of nodes, and T can be empty। ਜਿਵੇਂ ਸੈਟ ਕੋਈ ਵੀ ਸੈਟ empty ਹੋ ਸਕਦਾ ਹੈ। ਆਈ ਹੋਪ ਕਿ ਤੁਸੀਂ ਸੈਟ ਥਿਊਰੀ ਪੜ੍ਹੀ ਹੋਏਗੀ, ਪੜ੍ਹੀ ਹੋਈ ਹੈ ਪਹਿਲਾਂ।
9 10 ਦੇ ਵਿੱਚ ਵੀ ਹੁੰਦੀ ਹਾਂਜੀ ਹੈ ਪਲੱਸ 1 2 ਦੇ ਵਿੱਚ ਵੀ ਆਉਂਦੀ ਹੈ ਸੈਟ ਥਿਊਰੀ। ਤਾਂ ਜਿਵੇਂ ਕੋਈ ਵੀ ਸੈਟ ਐਮਪਟੀ ਹੁੰਦਾ ਹੈ ਉਸੇ ਤਰ੍ਹਾਂ ਟੀ ਵੀ ਐਮਪਟੀ ਹੋ ਸਕਦਾ ਹੈ। ਔਰ ਜੇ ਐਮਪਟੀ ਨਹੀਂ ਹੈਗਾ, ਇਫ ਇਟ ਇਜ਼ ਨਾਟ ਐਮਪਟੀ then a tree T consists of a distinguished node R। ਇੱਕ ਖਾਸ ਨੋਡ ਹੈ, distinguished means ਇੱਕ ਖਾਸ ਨੋਡ ਹੈ ਜਿੰਦਾ ਨਾਮ R ਰੱਖਦੇ ਆ ਜਾਂ ਜਿਹਨੂੰ ਆਪਾਂ ਰੂਟ ਵੀ ਕਹਿ ਦਿੰਨੇ ਆ। ਐਂਡ ਸੈਕਿੰਡ ਉਹਦੇ ਚ ਕੀ ਹੋਏਗਾ, ਜੇ ਉਹ ਐਮਪਟੀ ਨਹੀਂ ਹੈਗਾ ਤਾਂ ਘੱਟੋ ਘੱਟ ਇੱਕ ਰੂਟ ਨੋਡ ਤਾਂ ਹੋਏਗੀ। प्लस रूट नोड तो अगे की हो सकता है एंड जीरो और मोर नॉन एम्प्टी सब ट्रीज। ठीक है, जीरो और मोर जे कोई सब ट्री एग्जिस्ट करेगा तो वो नॉन एम्प्टी होएगा। ठीक, सो जीरो और मोर नॉन एम्प्टी सब ट्रीज T1 T2 T3 up to Tk। so this is a recursive definition and this is a pictorial representation। we can have a root ਦਾ ਇੱਕ सब tree T1 है, root ਦਾ ਇੱਕ सब tree T2 है, T3 T4 T5 up to there is no limit। so we have number of subtrees under a tree। so this is the definition of a generic tree। generic tree means एक general tree है। ठीक है, तो एक जनरल ट्री ਦੇ ਵਿੱਚ ਇੱਕ रूट ਤਾਂ ਹੋਏਗਾ ਹੀ ਹੋਏਗਾ, ਪਲੱਸ रूट ਦੇ ਅੱਗੇ ਜਿਹੜੇ ਚਿਲड्रन ਹੈ ਇਟ ਕੈਨ ਹੈਵ ਅ ਮਲਟੀਪਲ ਚਿਲड्रन। ਉਹਨਾਂ ਮਲਟੀਪਲ ਚਿਲड्रन ਦੇ ਅੱਗੇ ਫਿਰ ਮਲਟੀਪਲ ਚਿਲड्रन। so this is a mathematical or you can say formal definition of a tree, that tree is a collection of nodes which can be empty, and if not empty then tree consists of a distinguished node called R and zero or more non-empty subtrees T1 T2 up to Tk। so I hope this definition is clear to all of you। ਜੇ ਕਿਸੇ ਨੂੰ ਫਿਰ ਵੀ ਕੋਈ doubt ਹੈਗਾ then again we can discuss it। so tree is just a collection of nodes। so these are some properties of tree। we can have parent child and edge nodes। ਅਲੱਗ-ਅਲੱਗ ਤਰ੍ਹਾਂ ਦੀਆਂ nodes ਹੁੰਦੀਆਂ ਨੇ tree ਦੇ ਵਿੱਚ because tree is just a collection of node। ਤਾਂ ਉਹਨਾਂ node ਦੇ ਕੁਝ ਨਾਮ ਦਿੱਤੇ ਹੋਏ ਨੇ। ਇੱਕ ਤਾਂ ਹੈ root node। one kind of node is called root node ਜਿਹੜਾ ਕਿ ਤੁਹਾਡੇ tree ਦਾ starting point ਹੈ। ਉਸ ਤੋਂ ਇਲਾਵਾ ਆਪਣੇ ਕੋਲ ਇੱਕ parent node ਹੁੰਦੀ ਹੈ, ਇੱਕ ਆਪਣੇ ਕੋਲ children ਹੁੰਦੇ ਨੇ, ਇੱਕ ਆਪਣੇ ਕੋਲ edges ਹੁੰਦੀਆਂ ਨੇ। so parent and children nodes are linked by the edges। edges ਕੀ ਨੇ? these are the links। ਉਹ ਬਣਦੇ ਕਿਵੇਂ ਨੇ? these are implementation ਦੇ ਵਿੱਚ ਇਹ ਚੀਜ਼ ਹੈ pointer। in implementation edges are basically pointers। parent and children, we have a parent node and we have a children। root ਦੇ ਆਪਾਂ tree ਦੀ ਗੱਲ ਕਰਦੇ ਆ ਤਾਂ ਇੱਕ ਆਪਣੇ ਕੋਲ parent ਹੋਏਗਾ। every parent can have a multiple children। so there is a parent child relationship and the parent is connected with the child with the help of a edge। so this is called edge। the link between the parent and children, that link is called edge and in implementation it is basically a pointer। implementation ਚ ਕੀ ਚੀਜ਼ ਹੈ? it is a pointer। a tree with n node has n minus 1 edges। ਇਹ ਤੁਸੀਂ ਖੁਦ ਵੈਰੀਫਾਈ ਕਰ ਸਕਦੇ ਹੋ। ਜੇ ਮੇਰੀ ਟਰੀ ਦੇ ਵਿੱਚ n ਨੋਡ ਹੋਣਗੀਆਂ, ਫੋਰ ਐਗਜ਼ਾਮਪਲ n ਦੀ ਵੈਲਿਊ ਮੈਂ 4 ਲੈ ਲਵਾਂ, that means 1 node 2 node 3 node 4 node। तो ਜੇ ਮੇਰੇ ਟਰੀ ਦੇ ਵਿੱਚ n nodes ਹੋਣਗੀਆਂ ਤਾਂ edges ਕਿੰਨੀਆਂ ਹੋਣਗੀਆਂ? ਹਮੇਸ਼ਾ n minus 1। ਤੁਸੀਂ ਖੁਦ ਕੈਲਕੂਲੇਟ ਕਰ ਲਓ 1 2 3। तो ਜੇ ਮੇਰੇ ਕੋਲ 4 nodes ਹੈ ਤਾਂ edges 3 ਹੈ। ਜੇ ਮੇਰੇ ਕੋਲ 6 node ਹੈ ਤਾਂ edges 5 ਹੋਣਗੀਆਂ। ਜੇ ਮੇਰੇ ਕੋਲ 20 nodes ਹੈ ਤਾਂ edges 19 ਹੋਣਗੀਆਂ and so on। so this is a relationship between number of nodes and number of edges। so if a tree has n nodes then there will be n minus 1 edges in that particular tree। so in a tree an edge leads from a parent node to child node। edge ਦਾ ਮਤਲਬ ਕੀ ਹੈ? there is a link from parent to child and not the other way around। ਵਾਪਸ ਨਹੀਂ ਹੋਏਗਾ, child ਤੋਂ parent ਵੱਲ ਕੋਈ link ਨਹੀਂ ਹੁੰਦਾ। so there is always a link from parent to child। pointer ਹੈ because its implementation is in the form of pointer। ਤਾਂ pointer ਜਿਹੜਾ one way ਹੋਏਗਾ। तो ਆਪਾਂ parent ਤੋਂ child ਵੱਲ point ਕਰਾਂਗੇ, child ਤੋਂ parent ਵੱਲ point ਨਹੀਂ ਹੋਏਗਾ। so these are the properties of some nodes, parent child and edge। so this is a definition of edges and properties of edges and the relationship between edge and number of node। okay, then this is a figure of tree। so this is a general tree। you can say it is a general tree। so general tree ਦੇ ਵਿੱਚ ਕੀ ਹੈ? ਇਸ general tree can have a single root node। ਉਹਦੇ ਅੰਦਰ there can be subtree ਜਿਹੜੇ dotted line ਦੇ ਵਿੱਚ ਮੈਂ ਲਗਾਏ ਹੋਏ ਨੇ। these all are the subtree। so B is a root node of first subtree, C is a root node of second subtree, D is a root node of third subtree which has only one child, that is I, C and E has no children, F has again
a subtree which has three children that are attached to F. So in this way, this is just a diagrammatic view of any general tree, and now some terminology that is associated with it. In the figure on the last slide, node A is the root node. So as you can see, this is your root node. Node A is called root node. Then node B, C, D, E and F all are the children of root A. So see देखो ध्यान नाल B, C, D, E and F ये सारे की ने all these are the children of your tree, root node A. The root A has 5 subtree T1 to T5. So you can count it 1, 2, 3, 4, 5. So A root node A has 5 subtrees in this particular diagram. Node B again has a subtree comprising 2 nodes G and H. Node D has a subtree with 1 node I, and F has a subtree comprising 3 nodes J, K and L. ठीक है, you can see B ने दो अगे सब ट्री ने, D दा एक ही सब ट्री है, F दे अगे 3 सब ट्री है, C और E दा कोई भी सब ट्री नहीं हैगा. That we have the subtree of node C and E are empty, as you can see. So a leaf, this is the definition of a leaf. A leaf is a node that has no children. So in this way, इस डायग्राम ਦੇ ਵਿੱਚ ਕਿਹੜੇ-ਕਿਹੜੇ ਲੀਫ ਨੋਡ ਹੋ ਗਈਆਂ? लीफ नोड केड़ी है जिदे विच कोई भी चिल्ड्रन नहीं है, जिसका कोई भी चिल्ड्रन नहीं है, we call it as a leaf node. So in this diagram what are the leaf nodes? G H E I E J K L C I J E V है K and L. All these are the leaf node. So it is very easy to identify all the leaf nodes. So leaf nodes are the nodes which has no children. So in this case, in this way, C, E, F, C, E, G, H, I, J, K and L are all the leaf nodes in the tree figure on the previous slide. Okay, now coming to another definition, that is sibling. What are the siblings? So nodes that have the same parent. Sibling कौन होंदे ने? Sibling कौन होंदे ने? अपने भैन भरा. ठीक है, जिहड़े अपने भैन भरा ने वो सारे सिबलिंग है. ठीक, सो वी आर द सिबलिंग. सिबलिंग क्यों है? क्योंकि अपना सारे दे पेरेंट जिहड़े ने सेम है. तो जिहड़े सेम पेरेंट दे जिन्हां दे पेरेंट सेम ने उन्हां नोड नूं आपां कहने आ सिबलिंग. तां इस डायग्राम दे विच तुसीं मैनूं सिबलिंग दसोगे किहड़े-किहड़े हैं? B C D E F B C D E F, these are the siblings. उस तो अलावा G ते H हो गए, G ते H हो गए क्योंकि दोनों दा पेरेंट सेम है. J K L सिबलिंग हो गए क्योंकि उन्हां दा पेरेंट भी सेम है. I सिबलिंग नहीं है, I दा कोई भी सिबलिंग नहीं है. हाँ जी कल्ला ही है. I दा कोई भी सिबलिंग नहीं है, इस करके I कल्ला ही है. ठीक है, G दा सिबलिंग H है, H दा सिबलिंग G है क्योंकि दोनों दा पेरेंट सेम है B, बट I दा पेरेंट D है जो कि अलग है. ठीक है, तो D ਤੇ B ਆਪਸ ਦੇ ਵਿੱਚ ਸਿਬਲਿੰਗ ਹੈਗੇ ਨੇ, ਬਟ ਉਹਨਾਂ ਦੇ ਬੱਚੇ ਆਪਸ ਵਿੱਚ ਸਿਬਲਿੰਗ ਨਹੀਂ ਕਹਿਲਾਣਗੇ. ਠੀਕ ਹੈ, ਉਹ ਮਾਮੇ ਚਾਚੇ ਦੇ ਮੁੰਡੇ ਹੋ ਗਏ, ਉਹ ਤੁਹਾਡੇ ਆਪਣੇ ਭੈਣ ਭਰਾ ਨਹੀਂ ਹੈਗੇ, ਉਹ ਤੁਹਾਡੇ ਕਜ਼ਨ ਆ. ਠੀਕ, ਦੇ ਆਰ ਨਾਟ ਸਿਬਲਿੰਗ. ਸੋ ਇਹ ਜਿਹੜਾ ਆਪਾਂ ਰੀਅਲ ਲਾਈਫ ਦੇ ਵਿੱਚ ਟਰਮੀਨੋਲੋਜੀ ਚੱਲਦੀ ਹੈ, ਸੇਮ ਟਰਮੀਨੋਲੋਜੀ ਆਪਣੀ ਇੱਥੇ ਚੱਲਦੀ ਹੈ. ਸੋ JKL ਸਿਬਲਿੰਗ ਹੈ ਕਿਉਂਕਿ ਉਹ ਉਹਨਾਂ ਦਾ ਪੇਰੈਂਟ ਸੇਮ ਹੈ. ਠੀਕ ਹੈ, ਬਟ ਸਰ ਇਕੱਲਾ ਹੈ, ਉਹਦਾ ਕੋਈ ਵੀ ਸਿਬਲਿੰਗ ਨਹੀਂ ਹੈ. ठीक है, so in the tree B, C, D, E and F are sibling because they have the same parent. G and H also sibling. H and I are not sibling, nor are J and G and J because they have different parents. So simple जा rule की हो गया sibling वास्ते. कोई भी node sibling कदों होएगी? दो node sibling कदों होंगे जदों उन्हां दे parents जिहड़े ने वो same होंगे. Now another definition about path. What is a path? A path from node n1 to nk, n1 to nk is a sequence of node. Path की चीज है, it is just a sequence of nodes. What is a path? It is a sequence of node. कि पहला n1 node है, फिर n2 node है, फिर n3 node है. From n1 to nk कि n1 तो मैं nk तक पहुंचना है, kth नोड तक पहुंचना है, ਤਾਂ ਵਿੱਚ ਕਿਹੜੀਆਂ ਨੋਡ ਆਣਗੀਆਂ ਉਹਨਾਂ ਦੇ ਜਿਹੜੇ ਨਾਮ ਹੈ ਉਹ ਜਿਹੜਾ ਉਹਨੂੰ ਆਪਾਂ ਕਹਿੰਦੇ ਆ ਪਾਥ.
ठीक है ਉਹਨਾਂ ਦੇ ਤੇ ਕੀ ਕੰਡੀਸ਼ਨ ਹੈ that ni is the parent of ni plus 1 ਜਿਹੜੀ ith ਨੋਡ ਹੋਏਗੀ ਉਹ i plus 1th ਨੋਡ ਦੀ ਪੇਰੈਂਟ ਹੋਏਗੀ for all i's that are more than 1 and less than k ਕਿਉਂਕਿ ਆਪਾਂ ਪਹਿਲੀ ਨੋਡ ਤੋਂ kth ਨੋਡ ਤੱਕ ਜਾਣਾ ਹੈ ਤਾਂ ਆਪਾਂ ਇੱਕ ਕਾਊਂਟਰ i ਲੈ ਲੈਣੇ ਆ i ਦੀ ਵੈਲਿਊ 1 ਤੋਂ ਸ਼ੁਰੂ ਕਰਾਂਗੇ i ਦੀ ਵੈਲਿਊ k ਤੱਕ ਲੈ ਕੇ ਜਾਵਾਂਗੇ ਤੇ 2 3 4 ਜਦ ਤੱਕ n1 ਤੋਂ ਬਾਅਦ ਆਪਣੀ n2 ਨੋਡ ਆਏਗੀ n2 ਤੋਂ ਬਾਅਦ n3 ਆਏਗੀ n3 ਤੋਂ ਬਾਅਦ 4 ਆਏਗੀ 4 ਤੋਂ ਬਾਅਦ ਮੰਨ ਲਓ kth ਨੋਡ ਆਏਗੀ ਜਦ ਤੱਕ ਇਹ ਸਾਰੀਆਂ ਨੋਡਸ n2 n1 ਤੋਂ ਬਾਅਦ ਆ ਰਹੀ ਹੈ ਇਹਦਾ ਮਤਲਬ ਕੀ ਹੈ ਕਿ n1 ਜਿਹੜਾ ਹੈ ਇਹ n2 ਦਾ ਪੇਰੈਂਟ ਹੋਣਾ ਚਾਹੀਦਾ ਹੈ ਕੰਡੀਸ਼ਨ ਕੀ ਹੋਏਗੀ ਕਿ n2 ਦਾ ਪੇਰੈਂਟ n1 ਹੋਵੇ n3 ਦਾ ਪੇਰੈਂਟ n2 ਹੋਵੇ n4 ਦਾ ਪੇਰੈਂਟ n3 ਹੋਵੇ ਤੇ nkth ਨੋਡ ਦਾ ਪੇਰੈਂਟ n4 ਹੋਵੇ ਜੇ ਇਹ ਕੰਡੀਸ਼ਨ ਸੈਟੀਸਫਾਈ ਹੋ ਰਹੀ ਹੈ ਤਾਂ ਇਸ ਸੀਕੁਐਂਸ ਨੂੰ ਆਪਾਂ ਕੀ ਕਵਾਂਗੇ ਇਸ ਸੀਕੁਐਂਸ ਨੂੰ ਆਪਾਂ ਕਵਾਂਗੇ ਪਾਥ ਫਰੋਮ n1 ਟੂ nk ਕੋਈ ਚੀਜ਼ ਨਾ ਸਮਝ ਲੱਗੀ ਹੋਵੇ ਇੱਥੋਂ ਥੋੜਾ ਜਿਹਾ ਕੰਪਲਿਕੇਟਡ ਲੱਗ ਰਿਹਾ ਹੈ ਨਾ ਸੋ ਆਪਾਂ ਨੇ ਇਸ ਨੋਡ ਤੋਂ n1 ਨੋਡ ਤੋਂ nkth ਨੋਡ ਤੱਕ ਜਾਣਾ ਹੈ ठीक है आप अपने को एक ट्री है ठीक है दिस इज माई n दिस इज माई 1 2 3 4 5 6 ਤਾਂ मैं ਸੈਕਿੰਡ ਨੋਡ ਤੋਂ 6th ਨੋਡ ਤੱਕ ਜਾਣਾ ਹੈ then what is a path path is a sequence of node path ਕੀ ਹੈ sequence of node from second node to 6th node condition की है such that every ith node is parent of i plus 1th node ठीक है जिवें इस केस ਦੇ ਵਿੱਚ ਆਪਣੇ ਸੈਕਿੰਡ ਤੋਂ 6 ਤੱਕ ਜਾਣਾ ਹੈ ਆਪਾਂ ਸੈਕਿੰਡ ਤੋਂ ਸਟਾਰਟ ਕਰਾਂਗੇ ਫਿਰ 4th ਤੇ ਜਾਵਾਂਗੇ 4th ਤੋਂ ਆਹ ਦੇਖ ਲਿਆ ਸੀ ਤੁਸੀਂ ਟਰੀ यस सर ट्री देख ली डेफिनेशन नहीं देखे वो दस ਆ दो जी। ਸਕਰੀਨ ਵਿਜ਼ੀਬਲ ਹੈ ਮੇਰੀ हाँ जी हाँ जी ਓਕੇ ਸੋ ਆਪਾਂ ਨੇ ਇੱਕ ਟਰੀ ਬਣਾ ਲਿਆ ਜਿਵੇਂ ਜਿਹਦੇ ਵਿੱਚ ਹੈ 1 ਤੋਂ 2 2 ਤੋਂ 3 4 5 6 ਦੈਨ ਮੈਂ ਸੈਕਿੰਡ ਨੋਡ ਤੋਂ 6th ਨੋਡ ਦੇ ਵਿੱਚ ਜਾਣਾ ਹੈ ਤਾਂ ਪਾਥ ਕੀ ਹੋਏਗਾ ਵਾਟ ਇਜ਼ ਦਾ ਪਾਥ ਫਰੋਮ ਸੈਕਿੰਡ ਨੋਡ ਟੂ 6th ਨੋਡ the path will be a sequence of node from second node to 6th node second ਤੋਂ 6th ਤੱਕ ਜਿਹੜੀਆਂ ਨੋਡਸ ਵਿੱਚ ਆ ਰਹੀਆਂ ਨੇ ਉਹਨਾਂ ਦੀ ਸੀਕੁਐਂਸ ਹੈ that means with the condition that every ith node is a parent of i plus 1th node ਤਾਂ ਸੀਕੁਐਂਸ ਕੀ ਹੈ ਇੱਥੇ 2 ਤੋਂ ਬਾਅਦ 4 4 ਤੋਂ ਬਾਅਦ 5 5 ਤੋਂ ਬਾਅਦ 6 ਸੋ ਇਹਦੇ ਵਿੱਚ ਕੰਡੀਸ਼ਨ ਹੁਣ ਆਪਾਂ ਇਹ ਚੈੱਕ ਕਰਨਾ ਹੈ ਕਿ ਕੰਡੀਸ਼ਨ ਸੈਟੀਸਫਾਈ ਹੋ ਰਹੀ ਹੈ ਕਿ ਜੇ ਇਹ ith ਨੋਡ ਹੈ ਤਾਂ ਇਹ i plus 1 ਨੋਡ ਹੋ ਜਾਏਗੀ ਜੇ ith ਨੋਡ 2 ਹੈ ਤਾਂ i plus 1th ਨੋਡ ਜਿਹੜੀ ਹੈ ਉਹ 4 ਹੈ ਤਾਂ ਕੀ 2 ਨੰਬਰ ਨੋਡ 4 ਨੰਬਰ ਨੋਡ ਦੀ ਪੇਰੈਂਟ ਹੈ ਕਿ ਨਹੀਂ ਹੈ ith ਨੋਡ ਇਜ਼ the parent of i plus 1 ਤਾਂ ਇਹ ਵਾਲੀ ਨੋਡ ਇਸ ਦੀ ਪੇਰੈਂਟ ਹੈ ਕਿ ਨਹੀਂ ਹੈ ਇਫ ਇਟ ਇਜ਼ ਟਰੂ then it is okay ਠੀਕ ਹੈ ਫਿਰ ਆਪਾਂ 4 ਔਰ 5 ਦੇ ਵਿੱਚ ਚੈੱਕ ਕਰਾਂਗੇ ਜੇ i ਇਹ ਹੋਵੇਗਾ ਤੇ i plus 1 ਇਹ ਹੋ ਜਾਏਗਾ ਸੋ 4 ਔਰ 5 4 ਪੇਰੈਂਟ ਹੈ 5 ਦਾ ਟਰੂ ਠੀਕ ਹੈ 5 ਔਰ 6 5 ਪੇਰੈਂਟ ਹੈ 6 ਦਾ ਟਰੂ then it is called a path ਤਾਂ ਆਪਾਂ ਇਹਨੂੰ ਕਹਿ ਸਕਦੇ ਹਾਂ ਕਿ ਇਹ ਪਾਥ ਹੈਗਾ ਆ ਠੀਕ ਸੋ ਜਿਹੜੀ ਡੈਫੀਨੇਸ਼ਨ ਹੈ ਪਾਥ ਦੀ ਉਹ ਇਸੇ ਤਰ੍ਹਾਂ ਹੀ ਬਣੀ ਹੋਈ ਹੈ ਕਿ path from node n1 to nk it is a sequence of nodes from n1 to nk such that ठीक है sequence of node from n1 to nk such that ni is the parent of ni plus 1 for all the values of i between 1 and k ठीक है जी क्लियर है तो दैट इज द मैथमेटिकल डेफिनेशन ऑफ अ पाथ पाथ है की चीज बेसिकली इट इज जस्ट अ सीक्वेंस ऑफ नोड्स ओके देन व्हाट इज द लेंथ ऑफ पाथ जे अपन पाथ पता लग गया तो ओदी लेंथ नु की कहांगे लेंथ ऑफ द पाथ इज द नंबर ऑफ एजेस इन द पाथ के पाथ दे अंदर किन्नियां एजेस हैगियां ने ठीक लेंथ ऑफ द पाथ इज नंबर ऑफ एजेस इन द पाथ तो नंबर ऑफ एजेस
ਕਿੰਨੀਆਂ ਆਣਗੀਆਂ, ਜਿਵੇਂ ਆਪਣੀ ਇਸ ਐਗਜ਼ਾਮਪਲ ਦੇ ਵਿੱਚ ਆਇਆ ਇੱਥੇ ਕਿੰਨੀਆਂ ਐਜਿਸ ਆ ਰਹੀਆਂ ਨੇ 1 2 and 3. So there are only 3 edges. So path length of this particular path is 3. ठीक. So path with k nodes, ਹੁਣ ਦੇਖੋ ਧਿਆਨ ਦੇਣ ਵਾਲੀ ਗੱਲ, ਜਿਹੜਾ ਰਿਲੇਸ਼ਨਸ਼ਿਪ ਹੈ length ਦਾ और number of nodes ਦਾ, path with k nodes has a length of k minus 1. ਜੇ ਆਪਣੇ ਕੋਲ k nodes ਹੋਣਗੀਆਂ ਤਾਂ ਉਹਦੀ length k minus 1 ਹੀ ਹੋਏਗੀ। ਫੋਰ ਐਗਜ਼ਾਮਪਲ ਇਸ ਪਾਥ ਦੇ ਵਿੱਚ a b g, ਕਿਉਂਕਿ ਮੇਰੇ ਕੋਲ 3 ਨੋਡਸ ਨੇ 1 2 ਐਂਡ 3, ਨੰਬਰ ਆਫ ਐਜਸ ਮੇਰੇ ਕੋਲ 2 ਹੀ ਹੋਣਗੇ, ਦੈਟ ਮੀਨਸ ਲੈਂਥ ਜਿਹੜੀ ਹੈ ਇਹਦੀ ਹਮੇਸ਼ਾ ਇਹਦੀ 2 ਹੋਏਗੀ। ਸੋ ਜੇ ਪਾਥ ਦੇ ਵਿੱਚ 3 ਨੋਡ ਹੈ ਤਾਂ ਲੈਂਥ 2 ਹੋਣਗੀ, ਤੇ ਪਾਥ ਦੇ ਵਿੱਚ 10 ਨੋਡਸ ਹੈ ਤਾਂ ਲੈਂਥ ਜਿਹੜੀ ਹੈ ਉਹ 9 ਹੋਏਗੀ। ਇਜ਼ ਦੈਟ ਕਲੀਅਰ? ਸੋ ਆਪਾਂ ਜਿਹੜੀ ਡੈਫੀਨੇਸ਼ਨ ਕਵਰ ਕਰ ਲਈ ਕਿ ਆਪਣੇ ਕੋਲ ਪੇਰੈਂਟ ਕੀ ਹੈ, ਚਾਈਲਡ ਕੀ ਹੈ, ਲੀਫ ਕਿਹਨੂੰ ਕਹਿੰਦੇ ਆ, ਔਰ ਆਪਣਾ ਜਿਹੜਾ ਸਿਬਲਿੰਗ ਕੌਣ ਹੁੰਦੇ ਨੇ, ਪਾਥ ਕੀ ਚੀਜ਼ ਹੈ, ਔਰ ਪਾਥ ਦੀ ਲੈਂਥ ਕੀ ਚੀਜ਼ ਹੈ, ਔਰ ਪਾਥ ਔਰ ਲੈਂਥ ਦੇ ਵਿੱਚ ਆਪਸ ਦੇ ਵਿੱਚ ਕੀ ਰਿਲੇਸ਼ਨਸ਼ਿਪ ਹੈ। The relationship between path and length is that number of edges, path with k node has a length of k minus 1. ਜੇ ਮੇਰੇ ਪਾਥ ਦੇ ਵਿੱਚ k ਨੋਡਸ ਆਣਗੀਆਂ ਤਾਂ ਮੇਰੀ ਲੈਂਥ ਜਿਹੜੀ ਆ ਉਹ k minus 1 ਹੋਏਗੀ। ਉਸ ਤੋਂ ਬਾਅਦ ਬਹੁਤ ਇੰਪੋਰਟੈਂਟ ਡੈਫੀਨੇਸ਼ਨ, ਡੈਪਥ ਐਂਡ ਹਾਈਟ ਆਫ ਅ ਨੋਡ। ਆਪਾਂ ਕਿਸੇ ਨੋਡ ਦੀ ਡੈਪਥ ਕੱਢ ਸਕਦੇ ਹਾਂ, ਕਿਸੇ ਨੋਡ ਦੀ ਹਾਈਟ ਵੀ ਕੱਢ ਸਕਦੇ ਹਾਂ, ਦੋਨੇ ਚੀਜ਼ਾਂ ਹੁੰਦੀਆਂ ਨੇ। ਔਰ ਇਹਦੇ ਵਿੱਚ ਬਹੁਤ ਸਾਰੀ ਕਨਫਿਊਜ਼ਨ ਹੁੰਦੀ ਹੈ, ਬੱਚੇ ਬਹੁਤ ਜਨਰਲੀ ਗਲਤ ਕਰਦੇ ਆ, ਪੇਪਰ ਦੇ ਵਿੱਚ ਗਲਤ ਲਿਖਾਉਂਦੇ ਆ ਤੇ ਨੰਬਰ ਕੱਟੇ ਜਾਂਦੇ ਆ। ਇਹਨੂੰ ਧਿਆਨ ਨਾਲ ਸਮਝੋ। ਡੈਪਥ ਆਫ ਅ ਨੋਡ n is given by the length of the path from the root node to n. ठीक है, it is a length of the path from root to ਜਿਹੜੀ ਵੀ ਨੋਡ ਦੀ ਆਪਾਂ ਗੱਲ ਕਰ ਰਹੇ ਹਾਂ। ਜੇ nth ਨੋਡ ਦੀ ਆਪਾਂ ਗੱਲ ਕਰ ਰਹੇ ਹਾਂ ਤਾਂ ਉਸ ਨੋਡ ਦੀ ਡੈਪਥ ਦਾ ਕੀ ਮਤਲਬ ਹੈ ਕਿ ਰੂਟ ਤੋਂ ਲੈ ਕੇ ਉਸ ਨੋਡ ਤੱਕ ਜੇ ਪਹੁੰਚਣਾ ਹੋਵੇ ਤਾਂ ਆਪਣੀ ਪਾਥ ਦੀ ਲੈਂਥ ਕਿੰਨੀ ਹੋਏਗੀ। ਇਹਦਾ ਕੀ ਮਤਲਬ ਹੈ? ਇਹਦਾ ਮਤਲਬ ਹੋ ਗਿਆ ਕਿ ਜਿਹੜੀ ਰੂਟ ਨੋਡ ਹੈ ਉਹਦੀ ਲੈਂਥ ਕਿੰਨੀ ਹੈ, ਹਮੇਸ਼ਾ 0 ਹੋਏਗੀ, ਕਿਉਂਕਿ 0 ਤੋਂ ਤਾਂ ਸਟਾਰਟ ਕਰਨਾ ਆਪਾਂ ਨੇ ਤੇ ਰੂਟ ਸਟਾਰਟਿੰਗ ਤੇ ਹੀ ਪਿਆ, ਤਾਂ 0 ਜਿਹੜੀ ਉਹਦੀ ਲੈਂਥ ਹੋਏਗੀ ਦੈਟ ਵਿਲ ਬੀ 0। ਤੇ ਜੇ ਆਪਾਂ ਨੋਡ B ਤੇ ਪਹੁੰਚਣਾ ਹੈ ਤਾਂ ਉਹਦੀ ਜਿਹੜੀ ਡੈਪਥ ਹੈ ਉਹ 1 ਮੰਨੀ ਜਾਏਗੀ। ਜਿਵੇਂ ਇਹ A ਹੈ ਤੇ ਆ ਆਪਣੀ B ਹੈ, ਤਾਂ B ਦੀ ਡੈਪਥ ਕਿੰਨੇ ਨੰਬਰ ਆਫ, ਇਹਦੀ ਪਾਥ ਦੀ ਲੈਂਥ ਕਿੰਨੀ ਹੈ, ਪਾਥ ਦੀ ਲੈਂਥ ਕੀ ਹੁੰਦੀ ਹੈ, ਦੈਟ ਇਜ਼ ਨੰਬਰ ਆਫ ਐਜਸ ਬਿਟਵੀਨ ਦ ਨੋਡਸ। ਠੀਕ ਹੈ, ਤਾਂ ਸਟਾਰਟਿੰਗ ਨੋਡ ਤੋਂ ਐਂਡ ਨੋਡ ਤੱਕ ਪਹੁੰਚਣ ਲਈ ਜਿੰਨੀਆਂ ਐਜਸ ਹੈ, ਸਟਾਰਟਿੰਗ ਹੈ ਆਪਣੀ ਰੂਟ ਨੋਡ, ਐਂਡ ਨੋਡ ਆਪਣੀ B ਨੰਬਰ ਨੋਡ ਹੈ, ਤਾਂ B ਨੰਬਰ ਤੱਕ ਪਹੁੰਚਣ ਲਈ ਮੇਰੇ ਕੋਲ ਇੱਕੋ ਹੀ ਐਜ ਹੈ, ਤਾਂ ਇਹਦੀ ਜਿਹੜੀ ਡੈਪਥ ਹੋਗੀ ਦੈਟ ਇਜ਼ 1 ਐਂਡ I has a depth 2। ਹੁਣ ਜਿਹੜਾ I ਆਪਾਂ ਦੇਖੀਏ ਤਾਂ ਇਹਦੇ ਵਿੱਚ ਤੁਸੀਂ ਦੇਖੋ I ਦੀ ਡੈਪਥ ਕਿੰਨੀ ਹੈ, ਤੁਹਾਨੂੰ ਕਿੰਨੀ ਦਿਖ ਰਹੀ ਹੈ, ਇੱਕ ਲਿੰਕ ਤੇ ਦੂਸਰਾ ਲਿੰਕ, ਟੋਟਲ ਪਾਥ ਲੈਂਥ ਕਿੰਨੀ ਹੋਗੀ 2। ਪਾਥ ਲੈਂਥ 2 ਹੈ ਤਾਂ I ਨੋਡ ਦੀ ਜਿਹੜੀ ਡੈਪਥ ਹੈ ਉਹ ਕਿੰਨੀ ਹੈ, ਡੈਪਥ ਇਜ਼ ਇਕੁਅਲ ਟੂ ਪਾਥ ਲੈਂਥ 2 ਆ ਜਾਏਗੀ। ਠੀਕ ਹੈ, ਸਿਮਿਲਰਲੀ C ਨੋਡ ਦੀ ਪਾਥ ਲੈਂਥ ਕਿੰਨੀ ਹੈ 1। 1। ਠੀਕ ਹੈ, K ਨੋਡ ਦੀ ਡੈਪਥ ਕਿੰਨੀ ਹੈ 2। ਠੀਕ ਹੈ, ਪਾਥ ਲੈਂਥ ਹੈਗੀ ਹੈ 2। ਸੋ ਜਿੰਨੀਆਂ ਵੀ ਆ ਹੈਗੀਆਂ ਨੇ B C D E F ਇਹਨਾਂ ਸਾਰਿਆਂ ਦੀ ਸੇਮ ਡੈਪਥ ਹੈ, G H I J K L ਇਹਨਾਂ ਸਾਰਿਆਂ ਦੀ ਸੇਮ ਡੈਪਥ ਹੈ, ਇੱਕੋ ਡੈਪਥ ਹੈ ਸਾਰਿਆਂ ਦੀ। ਠੀਕ, ਸੋ ਡੈਪਥ ਕਿਵੇਂ ਆਪਾਂ ਕੈਲਕੂਲੇਟ, ਡੈਪਥ ਕਿੱਥੋਂ ਕੈਲਕੂਲੇਟ ਕਰਨੀ ਹੈ, ਰੂਟ ਨੋਡ ਤੋਂ। ਕਿੱਥੇ ਤੱਕ ਕੈਲਕੂਲੇਟ ਕਰਨੀ ਹੈ, ਜਿਹੜੀ ਨੋਡ ਦੀ ਆਪਾਂ ਲੱਭ ਰਹੇ ਹਾਂ। ਕਿਵੇਂ ਕੈਲਕੂਲੇਟ ਕਰਨੀ ਹੈ, we have to find the number of edges from the root node to that particular node। ਜਿੰਨੀਆਂ ਨੰਬਰ ਆਫ ਐਜਸ ਹੈ ਉਨੀ ਆਪਣੀ ਡੈਪਥ ਹੈ। ਓਕੇ, ਸੋ ਜਿਹੜੀ ਡੈਪਥ ਹੈ ਕਿੱਥੋਂ ਕਾਊਂਟ ਹੋਣੀ ਹੈ, ਧਿਆਨ ਰੱਖਣ ਵਾਲੀ ਗੱਲ ਕੀ ਹੈ, ਡੈਪਥ ਕਿੱਥੋਂ ਕਾਊਂਟ ਹੋਣੀ ਹੈ, ਹਮੇਸ਼ਾ ਰੂਟ ਨੋਡ ਤੋਂ। ਤੋਂ। ਤਾਂ ਰੂਟ ਨੋਡ ਦੀ ਡੈਪਥ 0 ਹੈ, ਬਾਕੀ ਅੱਗੇ ਤੁਸੀਂ ਕੱਢ ਸਕਦੇ ਹੋ। ਹੁਣ ਹਾਈਟ ਦੀ ਗੱਲ ਕਰੀਏ, ਹਾਈਟ ਆਫ ਅ ਨੋਡ n is the length of the path, ਇਹ ਵੀ ਲੈਂਥ ਆਫ ਦੀ ਪਾਥ ਹੈ, ਇਹ ਵੀ ਲੈਂਥ ਆਫ ਦੀ ਪਾਥ ਹੈ, from n to the deepest leaf। ਠੀਕ ਹੈ, ਇਹ ਹੁਣ ਉਲਟੀ ਹੈ, ਇਹ ਪਹਿਲਾਂ ਰੂਟ ਤੋਂ ਨੋਡ ਤੱਕ ਆ ਰਹੇ ਸੀਗੇ, ਹੁਣ ਆਪਾਂ ਨੋਡ ਤੋਂ ਲੀਫ ਤੱਕ ਜਾਣਾ ਹੈ। ਨੋਡ ਤੋਂ ਲੀਫ ਤੱਕ, ਕਿਹੜੀ ਲੀਫ ਤੱਕ, ਉਹ ਲੀਫ ਜਿਹੜੀ ਸੇਮ ਬ੍ਰਾਂਚ ਦੇ ਵਿੱਚ ਹੋਵੇ, ਇਹ ਨਹੀਂ ਹੈ ਕਿ ਦੂਸਰੀ ਬ੍ਰਾਂਚ ਦੀ ਲੀਫ, ਆਪਣੀ ਬ੍ਰਾਂਚ ਦੀ ਜਿਹੜੀ ਲੀਫ ਹੈ ਡੀਪੈਸਟ ਲੀਫ ਉੱਥੇ ਤੱਕ ਜਾਣਾ ਹੈ। ਤੇ ਉਸ n ਤੋਂ ਉੱਥੇ ਤੱਕ ਜਾਣ ਲੱਗਿਆ ਆਪਣੇ
ਕਿੰਨੇ ਨੰਬਰ ਆਫ ਨੋਡਸ ਵਿੱਚ ਆਉਂਦੀਆਂ ਨੇ, ਕਿੰਨੇ ਨੰਬਰ ਆਫ ਐਜਿਸ ਵਿੱਚ ਆਉਂਦੇ ਨੇ, ਜਾਂ ਉਸ ਪਾਥ ਦੀ ਲੈਂਥ ਕਿੰਨੀ ਹੈ, ਉਹ ਆਪਣੀ ਕੀ ਹੋਏਗੀ, that will be called height of my node। ਠੀਕ, ਸੋ ਲੀਫ ਨੋਡ have height 0। ਇਹਦਾ ਮਤਲਬ ਕੀ ਹੈ ਕਿ ਜਿਹੜੀ ਲੀਫ ਤੇ ਹੀ ਪਈ ਹੈ, ਆਪਾਂ ਲੀਫ ਤੋਂ ਜਿਹੜੀ ਲੀਫ ਨੋਡ ਹੈ ਉਹਦੀ ਹਾਈਟ ਕਿੰਨੀ ਹੋਏਗੀ, that is 0। ਓਕੇ, ਹਾਈਟ ਆਫ ਦਾ ਰੂਟ ਇਜ਼ ਦੀ ਹਾਈਟ ਆਫ ਦੀ ਟਰੀ। ਜਿਹੜੀ ਆਪਣੀ ਰੂਟ ਨੋਡ ਹੈ, ਰੂਟ ਨੋਡ ਦੀ ਹਾਈਟ ਦਾ ਮਤਲਬ ਕੀ ਹੈ ਕਿ ਇਹਦੇ ਵਿੱਚ ਮੇਰੇ ਕੋਲ ਆ ਵੀ ਬ੍ਰਾਂਚ ਹੈ, ਠੀਕ ਹੈ, तो इस ब्रांच ਦੇ ਵਿੱਚ ਮੇਰੇ ਕੋਲ ਹਾਈਟ ਕਿੰਨੀ ਬਣ ਰਹੀ ਹੈ, 1 2 3 4, ਠੀਕ ਹੈ, ਔਰ ਇਸ ਹਾਈਟ ਦੇ ਵਿੱਚ ਬਣ ਰਹੀ ਹੈ 1 2 3। ਤਾਂ ਡੈਫੀਨੇਸ਼ਨ ਕੀ ਕਹਿੰਦੀ ਹੈ, height of the node is the length of the path from n to the deepest leaf in the same branch। ਤਾਂ ਇਹਦੇ ਵਿੱਚ ਜਿਹੜੀ ਬ੍ਰਾਂਚ ਚੱਲ ਰਹੀ ਹੈ, ਇਸ ਬ੍ਰਾਂਚ ਦੇ ਵਿੱਚ ਆਪਾਂ ਦੇਖਾਂਗੇ ਤਾਂ ਇਹਦੀ ਵੈਲਿਊ 4 ਆ ਜਾਏਗੀ। ਸੋ ਹਾਈਟ ਆਫ ਦਾ ਰੂਟ ਇਜ਼ ਦੀ ਹਾਈਟ ਆਫ ਦੀ ਟਰੀ। ਟਰੀ ਦੀ ਹਾਈਟ ਕਿਹੜੀ ਮੰਨੀ ਜਾਏਗੀ, ਜੋ ਆਪਣੀ ਰੂਟ ਦੀ ਹਾਈਟ ਹੈ, ਤੇ ਰੂਟ ਤੋਂ ਡੀਪੈਸਟ ਪਾਥ ਜਿਹੜਾ ਹੋਏਗਾ ਉਹਦੇ ਚ ਜਿੰਨੀਆਂ ਨੰਬਰ ਆਫ ਐਜਿਸ ਹੋਣਗੀਆਂ ਉਹ ਉਹਨੂੰ ਆਪਾਂ ਆਪਣਾ ਹਾਈਟ ਮੰਨਾਂਗੇ। ਠੀਕ ਹੈ, ਸੋ ਇਨ ਦਾ ਫਿਗਰ tree figure, A has a height 2, B has a height 1 and C and E have a height 0। दोबारा देख लेने ਆਪਾਂ, A ਦੀ ਹਾਈਟ ਕਿੰਨੀ ਹੋਏਗੀ, ਠੀਕ ਹੈ, ਡੀਪੈਸਟ ਮੈਕਸਿਮਮ ਕੀ ਹੈ 1 and 2। ਤਾਂ A ਦੀ ਜਿਹੜੀ ਹਾਈਟ ਹੈ ਲੀਫ ਨੋਡ ਤੱਕ ਪਹੁੰਚਣ ਵਾਸਤੇ ਕਿੰਨਾ ਪਾਥ ਕਵਰ ਕਰਨਾ ਪੈ ਰਿਹਾ, ਇਹਦੀ ਹਾਈਟ 2 ਹੈ, ਇਹਨਾਂ ਸਾਰਿਆਂ ਦੀ ਹਾਈਟ ਜਿਹੜੀ ਹੈ ਉਹ 1 ਹੈ, ਇਹਨਾਂ ਸਾਰਿਆਂ ਦੀ ਹਾਈਟ ਜਿਹੜੀ ਹੈ ਉਹ 0 ਹੈ। ਠੀਕ, ਸੋ ਹਾਈਟ ਕਿੱਥੋਂ ਚੈੱਕ ਕਰਨੀ ਹੈ ਆਪਾਂ ਨੇ, ਹਾਈਟ ਕਿੱਥੋਂ ਚੈੱਕ ਕਰਨੀ ਹੈ ਆਪਾਂ ਨੇ, ਲੀਫ ਨੋਡ ਤੋਂ। ਤੇ ਜਿਹੜੀ ਰੂਟ ਤੋਂ ਕੀ ਚੈੱਕ ਕਰਦੇ ਆ ਆਪਾਂ, ਡੈਪਥ। ਡੈਪਥ ਆਣੀ ਹੈ ਰੂਟ ਨੋਡ ਤੋਂ, ਹਾਈਟ ਆਣੀ ਹੈ ਆਪਣੀ ਲੀਫ ਨੋਡ ਤੋਂ। ਇਹ ਡਿਫਰੈਂਸ ਧਿਆਨ ਚ ਰੱਖਣਾ ਹੈ, ਲੀਫ ਦੀ ਹਾਈਟ 0 ਹੁੰਦੀ ਹੈ, ਰੂਟ ਦੀ ਡੈਪਥ 0 ਹੁੰਦੀ ਹੈ। ਰੂਟ ਦੀ ਡੈਪਥ 0 ਹੈ, ਲੀਫ ਦੀ ਹਾਈਟ 0 ਹੈ। ਬਾਕੀ ਇਹ ਦੋਨੋਂ ਆਪੋजिट ਹੈ। ਜੇ ਲੀਫ ਦੀ ਹਾਈਟ ਆਪਣਾ ਲੀਫ ਦੀ ਡੈਪਥ 2 ਹੋਏਗੀ ਤਾਂ ਰੂਟ ਦੀ ਹਾਈਟ ਵੀ 2 ਹੋਏਗੀ। ਠੀਕ ਹੈ, ਦੋਨੋਂ ਆਪੋजिट ਨੇ ਇੱਕ ਦੂਜੇ ਤੋਂ। ਓਕੇ, then this is again example। so adjoining figure A has a height 3। A ਦੀ ਹਾਈਟ ਕਿੰਨੀ ਹੈ 1 2 3। deepest node ਕਿਹੜਾ, because F is the deepest leaf under it। ਇਹਦੇ ਅੰਦਰ deepest leaf ਕਿਹੜਾ ਹੈ, F ਹੈ, ਤੇ ਇੱਥੇ ਤੱਕ ਦਾ ਜਿਹੜਾ ਪਾਥ ਹੈ ਉਹਦੀ ਲੈਂਥ 3 ਹੈ। then height of the A node, height of the A node is 3 and which is also the height of the tree। ट्री ਦੀ ਹਾਈਟ ਵੀ ਇਹੀ ਹੈ, ਜੋ ਰੂਟ ਦੀ ਹਾਈਟ ਹੈ ਉਹੀ ਆਪਣੀ ट्री ਦੀ ਹਾਈਟ ਹੈ। E is also leaf node, E ਵੀ ਲੀਫ ਨੋਡ ਹੈ ਜਿਹੜੀ ਕਿ A ਦੇ ਅੰਡਰ ਹੈ, but E is not the deepest leaf from A। other node height, B ਦੀ ਹਾਈਟ ਕਿੰਨੀ ਹੈ, B ਦੀ ਹਾਈਟ ਕਿੰਨੀ ਹੋਏਗੀ 2 ਕਿਉਂ ਹੈ, ਕਿਉਂਕਿ ਇਹਦੇ ਅੰਦਰ ਲੀਵ ਤੱਕ ਪਹੁੰਚਣ ਲਈ ਆਪਾਂ ਨੂੰ 2 ਨੋਡਸ ਨੂੰ ਫੋਲੋ ਕਰਨਾ ਪਏਗਾ। D ਦੀ ਹਾਈਟ ਕਿੰਨੀ ਹੈ 1। C ਦੀ ਹਾਈਟ ਕਿੰਨੀ ਹੈ, ਇਹਦੀ ਵੀ 1। ਠੀਕ ਹੈ, C ਦੀ ਹਾਈਟ ਵੀ ਕਿੰਨੀ ਹੈ 1। ਹੁਣ B ਔਰ C ਦੋਨੋਂ ਸੇਮ ਲੈਵਲ ਤੇ ਹੈ, ਪਰ B ਦੀ ਹਾਈਟ 2 ਹੈ, C ਦੀ ਹਾਈਟ 1 ਹੈ। ਡੈਪਥ ਵਾਈਜ਼ ਜੇ ਦੇਖੋਗੇ ਤਾਂ ਇਹਦੀ ਡੈਪਥ ਜਿਹੜੀ ਹੈ 0 ਹੈ, ਇਹਦੀ ਡੈਪਥ 1 ਹੈ, ਇਹਦੀ ਡੈਪਥ ਵੀ 1 ਹੈ। ਡੈਪਥ ਜਿਹੜੀ ਆ ਉਹ ਸੇਮ ਰਹੇਗੀ, ਬਟ ਹਾਈਟ ਦੇ ਵਿੱਚੋਂ ਫਰਕ ਪੈ ਜਾਏਗਾ। B ਦੀ ਹਾਈਟ 2 ਹੈ, C ਦੀ ਹਾਈਟ 1 ਹੈ, ਕਿਉਂਕਿ ਹਾਈਟ ਡਿਪੈਂਡ ਕਰਦੀ ਹੈ ਲੀਫ ਨੋਡ ਦੇ ਡਿਸਟੈਂਸ ਤੋਂ, ਡੈਪਥ ਡਿਪੈਂਡ ਕਰਦੀ ਹੈ ਉਸ ਨੋਡ ਤੋਂ ਰੂਟ ਨੋਡ ਦਾ ਡਿਸਟੈਂਸ ਕਿੰਨਾ ਹੈ। तो ਜਿਹੜੇ ਸੇਮ ਲੈਵਲ ਤੇ ਹੋਣਗੇ ਉਹਨਾਂ ਦਾ ਰੂਟ ਨੋਡ ਵਾਲਾ ਡਿਸਟੈਂਸ ਸੇਮ ਹੋਏਗਾ, ਬਟ ਲੀਫ ਨੋਡ ਵਾਲਾ ਡਿਸਟੈਂਸ ਜਿਹੜਾ ਉਹ ਡਿਫਰੈਂਟ ਹੋ ਸਕਦਾ ਹੈ। ਠੀਕ, ਸੋ E ਔਰ F ਦੀ ਹਾਈਟ ਜਿਹੜੀ ਹੈ ਉਹ ਆਪਣੀ 0 ਹੋਏਗੀ ਕਿਉਂਕਿ ਦੋਨੋਂ ਲੀਫ ਨੋਡ ਹੈ। आई होप इट इज क्लियर, है ना। ਹਾਂਜੀ। देन आगे ancestor and descendant, पिता पुरखी। ਆਪਾਂ ਕਹਿੰਦੇ ਆ ਨਾ ਪਿਤਾ ਪੁਰਖੀ ਜ਼ਮੀਨ ਆਪਣੀ, ਹੈ ਨਾ, ਜਾਂ ਪੁਸ਼ਤੈਨੀ ਹੈ, ਤਾਂ ਉਹ ਜਿਹੜੇ ਹੈਗੇ ਨੇ ancestor। ਪੇਰੈਂਟ ਕੀ ਹੈ, ਇਮੀਡੀਏਟ। ਪੇਰੈਂਟ ਕੀ ਨੇ, ਇਮੀਡੀਏਟ। ਬਿਲਕੁਲ ਜਿਵੇਂ A ਦਾ ਪੇਰੈਂਟ ਇੱਥੇ A B C, ਠੀਕ ਹੈ, A B C D E। B ਔਰ C ਦੇ ਪੇਰੈਂਟ ਨੇ A, D ਦਾ ਪੇਰੈਂਟ ਹੈ B, E ਦਾ ਪੇਰੈਂਟ ਹੈ C। ਤਾਂ A ਕੀ ਚੀਜ਼ ਹੈ, A की A और D ਦਾ ਕੀ ਰਿਲੇਸ਼ਨਸ਼ਿਪ ਹੈ, A ਕੀ ਹੈ, ਦਾਦਾ ਹੋ ਗਿਆ, ancestor। these are called ancestor ਜਿਹੜੇ ਕਿ ਸੇਮ ਉਹਦੇ ਵਿੱਚ ਹੈਗੇ ਨੇ। ਠੀਕ ਹੈ, ਸੋ D
ਤੇ E ਦਾ ਅਨਸੈਸਟਰ ਕੌਣ ਹੈ A। ਠੀਕ, ਸੋ ਇਸ ਤਰ੍ਹਾਂ ਕਰਕੇ C ਜਿਹੜਾ ਹੈ ਉਹ ਕਿਹਦਾ ਅਨਸੈਸਟਰ ਹੈ F G ਤੇ H ਦਾ। F ਤੇ G ਤੇ H ਦਾ ਅਨਸੈਸਟਰ ਹੋ ਸਕਦਾ ਹੈ C, ਬਟ B is not ancestor of F G H। ਉਹ ਇਹਨਾਂ ਦਾ ਅਨਸੈਸਟਰ ਨਹੀਂ ਹੈ। ਇਹਨਾਂ ਸਾਰਿਆਂ ਦਾ ancestor और descendant ਦਾ ਜੋ ਰਿਲੇਸ਼ਨਸ਼ਿਪ ਹੈ। ਸੋ ਇਫ देयर इज अ ਪਾਥ ਫਰੋਮ n1 to n2, ਇਹਨੂੰ ਆਪਾਂ ਹੁਣ ਫਾਰਮਲੀ ਕਿਵੇਂ ਡਿਫਾਈਨ ਕਰਾਂਗੇ ਕਿ ਜੇ n1 ਨੋਡ ਤੋਂ n2 ਨੋਡ ਤੱਕ ਕੋਈ ਪਾਥ ਹੈਗਾ ਤਾਂ ਆਪਾਂ ਕਵਾਂਗੇ ਕਿ n1 ਜਿਹੜਾ ਹੈ ਉਹ ancestor ਹੈ n2 ਦਾ, ਜਾਂ n2 is a descendant of n1। ਠੀਕ, ਸੋ ancestor ਹੋਣ ਵਾਸਤੇ ਕੀ ਚੀਜ਼ ਜ਼ਰੂਰੀ ਹੈ ਜਾਂ descendant ਹੋਣ ਵਾਸਤੇ ਕੀ ਚੀਜ਼ ਜ਼ਰੂਰੀ ਹੈ? path from node 1 to node 2। So in the figure on the last slide, A is an ancestor of D, B is an ancestor of F and C, and C is an ancestor of E and so on। ठीक है, तो आप डायग्राम पहले डिस्कस कर ली। तो A B ਦਾ ancestor भी है, D ਦਾ भी है, F ਦਾ भी है। A C ਦਾ ancestor भी है, E ਦਾ ancestor भी है। So B is ancestor of D and F only। F is a descendant of B only because there is a path from B to F। तो A ਤੋਂ ਲੈ ਕੇ ਸਾਰਿਆਂ ਵੱਲ ਨੂੰ ਪਾਥ ਹੈਗਾ ਤਾਂ ਇਹ ਸਾਰਿਆਂ ਦਾ ਹੀ ਅਨਸੈਸਟਰ ਹੈ ਤੇ ਬਾਕੀ ਸਾਰੇ A ਤੋਂ ਹੀ ਡਿਸੈਂਡ ਹੋਏ ਹੈ। ਸੋ ਡਿਸੈਂਡੈਂਟ ਐਂਡ ਅਨਸੈਸਟਰ ਹੋਣ ਵਾਸਤੇ ਕੰਡੀਸ਼ਨ ਕੀ ਹੈ ਕਿ देयर शुड बी अ पाथ फ्रॉम नोड 1 टू नोड 2। ਠੀਕ, ਦੈਨ ਆ ਗਿਆ ਸਪੈਸ਼ਲ ਟਰੀ। ਟਰੀ ਦੇ ਵਿੱਚੋਂ ਇੱਕ ਸਪੈਸ਼ਲ ਟਰੀ ਹੈ ਜਿਹਦਾ ਨਾਮ ਹੈ ਬਾਈਨਰੀ ਟਰੀ। ਸੋ ਬਾਈਨਰੀ ਟਰੀ ਇਜ਼ ਅ ਟਰੀ in which no node can have more than 2 children। ਜੇ ਆਪਾਂ ਇੱਕ ਰਿਸਟ੍ਰਿਕਸ਼ਨ ਲਗਾ ਦਈਏ ਕਿ ਹਰ ਨੋਡ ਦੇ ਮੈਕਸਿਮਮ 2 ਹੀ ਚਿਲਡਰਨ ਹੋਣਗੇ, 2 ਤੋਂ ਵੱਧ ਨਹੀਂ ਹੋਣਗੇ, then it is called binary tree। ਸੋ ਬਾਈਨਰੀ ਟਰੀ ਦੇ ਵਿੱਚ ਅਗੇਨ ਡੈਫੀਨੇਸ਼ਨ ਰਿਕਰਸਿਵ ਹੈ ਕਿ ਜਿਹੜਾ ਲੈਫਟ ਚਾਈਲਡ ਹੈ ਉਹ ਵੀ ਅੱਗੇ ਇੱਕ ਸਬ ਟਰੀ ਹੈ, ਜਿਹੜਾ ਰਾਈਟ ਚਾਈਲਡ ਹੈ ਉਹ ਵੀ ਅੱਗੇ ਇੱਕ ਸਬ ਟਰੀ ਹੋ ਸਕਦਾ ਹੈ। So depth of an average binary tree is considerably smaller than the n, even though in the worst case depth can be as large as n minus 1। So worst case ਦੇ ਵਿੱਚ ਕੀ ਹੋਏਗਾ ਕਿ ਜਿੰਨੇ ਵੀ ਐਲੀਮੈਂਟ ਆ ਉਹ ਸਾਰੇ ਖੱਬੇ ਪਾਸੇ ਜੁੜ ਗਏ ਜਾਂ ਜਿੰਨੇ ਵੀ ਐਲੀਮੈਂਟ ਆ ਸਾਰੇ ਸੱਜੇ ਪਾਸੇ ਜੁੜ ਗਏ। So worst case binary tree ਕੀ ਹੋ ਸਕਦਾ ਹੈ? all the elements on the right side। so A B C D E ਜਿੰਨੇ ਵੀ ਹੈਗੇ ਨੇ, then this is in the form of linked list। ਸੋ ਜਦੋਂ ਇਸ ਤਰ੍ਹਾਂ ਦਾ ਕੇਸ ਆ ਜਾਂਦਾ ਵਰਸਟ ਕੇਸ ਦੇ ਵਿੱਚ ਆਪਣਾ ਬਾਈਨਰੀ ਟਰੀ ਇੱਕ ਲਿੰਕ ਲਿਸਟ ਹੀ ਬਣ ਕੇ ਰਹਿ ਜਾਂਦਾ ਹੈ, ਤਾਂ ਉਹਦੇ ਵਿੱਚ ਜਿਹੜੇ ਟਰੀ ਵਾਲੀਆਂ ਬੈਨੀਫਿਟਸ ਨੇ ਉਹ ਸਾਰੇ ਖਤਮ ਹੋ ਜਾਂਦੇ ਨੇ ਤੇ ਲਿੰਕ ਲਿਸਟ ਵਾਲੇ ਬੈਨੀਫਿਟ ਰਹਿ ਜਾਂਦੇ ਨੇ। ਤਾਂ ਇਸ ਤਰ੍ਹਾਂ ਦੇ ਕੇਸ ਦੇ ਵਿੱਚ ਜੇ ਮੇਰੇ ਕੋਲ n ਨੋਡ ਹੋਣਗੀਆਂ ਤਾਂ ਮੈਕਸਿਮਮ ਡੈਪਥ ਜਿਹੜੀ ਹੈ ਉਹ ਕਿੰਨੀ ਨਿਕਲ ਕੇ ਆਏਗੀ? ਮੈਕਸਿਮਮ ਡੈਪਥ ਵਿਲ ਬੀ इट इज अ पाथ फ्रॉम रूट टू लास्ट नोड है ना। सो मैक्सिमम पाथ कितना हो गया? 1 2 3 एंड 4। तो जो मेरे को 5 नोड ने 1 2 3 4 5 फॉर 5 नोड मैक्सिमम डेप्थ विल बी 4। सो ਜਿਹੜਾ ਹੈ ਡੈਪਥ, ਸੋ ਦੈਟ ਇਜ਼ ਅ ਬਾਈਨਰੀ ਟਰੀ ਕਿ ਜਿਹਦੇ ਵਿੱਚ ਆਪਣੇ ਕੋਲ ਕੰਡੀਸ਼ਨ ਕੀ ਲਗਾਤੀ? ਮੈਕਸਿਮਮ ਕਿੰਨੇ ਚਿਲਡਰਨ ਹੋਣਗੇ ਹਰ ਨੋਡ ਦੇ? ਮੈਕਸਿਮਮ 2। a node can have 0 1 or maximum 2 children at a most, ਉਸ ਤੋਂ ਵੱਧ ਨਹੀਂ ਹੋ ਸਕਦੇ। ਠੀਕ, now given a generic tree we can convert it into a binary tree। so generic tree ਜਨਰਲ ਟਰੀ ਆਪਾਂ ਨੂੰ ਦਿੱਤਾ ਹੋਇਆ, ਜਨਰਲ ਟਰੀ ਦੇ ਵਿੱਚ ਕੋਈ ਰਿਸਟ੍ਰਿਕਸ਼ਨ ਨਹੀਂ ਹੈ, ਹਰ ਨੋਡ ਦੇ ਜਿੰਨੇ ਮਰਜ਼ੀ ਚਿਲਡਰਨ ਹੋ ਸਕਦੇ, there is no restriction। ਠੀਕ, so ਜਿੰਨੇ ਮਰਜ਼ੀ ਚਿਲਡਰਨ ਹਰ ਨੋਡ ਦੇ, ਬਟ ਬਾਈਨਰੀ ਟਰੀ ਦੇ ਵਿੱਚ ਆਪਣੇ ਕੋਲ ਰਿਸਟ੍ਰਿਕਸ਼ਨ ਹੈ। ਬਾਈਨਰੀ ਟਰੀ ਦੇ ਵਿੱਚ ਰਿਸਟ੍ਰਿਕਸ਼ਨ ਕੀ ਹੈ ਕਿ ਹਰ ਨੋਡ ਦੇ ਆਪਣੇ ਕੋਲ ਸਿਰਫ ਤੇ ਸਿਰਫ 2 ਚਿਲਡਰਨ ਹੀ ਹੋਣਗੇ। ਤਾਂ ਜੇ ਆਪਣੇ ਕੋਲ ਕੋਈ ਜਨਰਿਕ ਟਰੀ ਦਿੱਤਾ ਹੋਵੇ ਉਹਨੂੰ ਬਾਈਨਰੀ ਟਰੀ ਦੇ ਵਿੱਚ ਕਨਵਰਟ ਕਰਨਾ ਹੋਵੇ ਤਾਂ ਆਪਣੇ ਕੋਲ ਮੈਥਡ ਕੀ ਹੈ? ਆਪਾਂ ਲਗਾਵਾਂਗੇ ਫਰਸਟ ਚਾਈਲਡ ਨੈਕਸਟ ਸਿਬਲਿੰਗ। ਠੀਕ ਹੈ, ਬਾਈਨਰੀ ਟਰੀ ਦੇ ਵਿੱਚ ਕੀ ਹੋਇਆ ਕਿ ਆਪਣੇ ਕੋਲ ਹਰ ਨੋਡ ਦੇ ਵਿੱਚ 2 ਹੀ ਲਿੰਕ ਹੋਣਗੇ, ਇੱਕ ਤਾਂ ਚਾਈਲਡ, ਇੱਕ ਹੈ ਚਾਈਲਡ ਤੇ ਇੱਕ ਹੈ ਸਿਬਲਿੰਗ। ਠੀਕ, ਸੋ ਆ ਜਿਹੜਾ ਲਿੰਕ ਹੈ ਫਰਸਟ ਚਾਈਲਡ A ਨੋਡ ਦੇ ਵਿੱਚ ਆਪਾਂ 2 ਲਿੰਕ ਕ੍ਰੀਏਟ ਕਰਾਂਗੇ A ਨੋਡ ਨੂੰ ਰੱਖਣ ਵਾਸਤੇ, ਇੱਕ ਤਾਂ ਚਾਈਲਡ ਨੂੰ ਲਿੰਕ ਕਰੇਗਾ, ਦੂਸਰਾ ਸਿਬਲਿੰਗ ਨੂੰ ਲਿੰਕ ਕਰੇਗਾ, ਕਿਉਂਕਿ A ਦਾ ਸਿਬਲਿੰਗ ਕੋਈ ਨਹੀਂ ਹੈਗਾ ਇਸ ਕਰਕੇ ਇੱਧਰ ਨਲ ਵੈਲਿਊ ਆ ਜਾਏਗੀ। ਇਸ ਨੋਡ ਵਾਸਤੇ ਅਗੇਨ ਇੱਕ ਇਹਦਾ ਚਾਈਲਡ, ਕਿਉਂਕਿ ਇਹਦਾ ਚਾਈਲਡ ਕੋਈ ਨਹੀਂ ਹੈਗਾ ਸੋ ਇੱਧਰ ਨਲ ਆ ਜਾਏਗੀ। ਨੈਕਸਟ ਸਿਬਲਿੰਗ ਜਿਹੜਾ C ਨੂੰ ਪੁਆਇੰਟ ਕਰੇਗਾ, C ਵਾਸਤੇ ਵੀ ਚਾਈਲਡ ਕੋਈ ਨਹੀਂ ਹੈਗਾ,
ਨੈਕਸਟ ਸਿਬਲਿੰਗ ਇਧਰਲੇ ਪਾਸੇ ਇੱਕ ਪੁਆਇੰਟਰ ਬਣਾ ਦਾਂਗੇ। ਡੀ ਵਾਸਤੇ ਚਾਈਲਡ ਵਾਸਤੇ ਆ ਲਿੰਕ ਇਹਨੂੰ ਪੁਆਇੰਟ ਕਰੇਗਾ, ਆ ਲਿੰਕ ਜਿਹੜਾ ਆਪਣਾ ਇਹਨੂੰ ਪੁਆਇੰਟ ਕਰੇਗਾ। ਈ ਵਾਸਤੇ ਵੀ ਇਸੇ ਤਰ੍ਹਾਂ ਹੀ ਆ ਲਿੰਕ ਇਹਨੂੰ ਪੁਆਇੰਟ ਕਰੇਗਾ, ਆ ਲਿੰਕ ਇਹਨੂੰ ਪੁਆਇੰਟ ਕਰੇਗਾ। ਐਫ ਵਾਸਤੇ ਵੀ ਇਸੇ ਤਰ੍ਹਾਂ ਇੱਕ ਲਿੰਕ ਚਾਈਲਡ ਨੂੰ ਪੁਆਇੰਟ ਕਰੇਗਾ, ਅਗਲਾ ਲਿੰਕ ਸਿਬਲਿੰਗ ਨੂੰ ਪੁਆਇੰਟ ਕਰੇਗਾ। ਇੱਥੇ ਜਦੋਂ ਆਏ ਇਹਦੇ ਵਾਸਤੇ ਫੇਰ ਉਹੀ ਕਹਾਣੀ, ਇਹਦੇ ਨੈਕਸਟ ਅੱਗੇ ਕੋਈ ਨਹੀਂ ਹੈਗਾ, ਅਗਲਾ ਸਿਬਲਿੰਗ ਨੂੰ, ਇਹਦਾ ਅੱਗੇ ਨੈਕਸਟ ਕੋਈ ਨਹੀਂ ਹੈਗਾ ਤਾਂ ਪਹਿਲਾ ਲਿੰਕ ਚਾਈਲਡ ਨੂੰ। ਸੋ ਹਰ ਨੋਡ ਦੇ ਵਿੱਚ ਆਪਣੇ ਕੋਲ 2 ਲਿੰਕ ਬਣਨਗੇ। ਸਮਝਣ ਵਾਲੀ ਗੱਲ ਕੀ ਹੈ, ਹਰ ਨੋਡ ਦੇ ਵਿੱਚ ਆਪਣੇ ਕੋਲ 2 ਲਿੰਕ ਬਣਨਗੇ। ਪਹਿਲਾ ਲਿੰਕ ਚਾਈਲਡ ਨੂੰ ਜਾਏਗਾ, ਦੂਸਰਾ ਲਿੰਕ ਸਿਬਲਿੰਗ ਨੂੰ ਜਾਏਗਾ। ਸੋ ਇਸ ਤਰ੍ਹਾਂ ਕਰਕੇ ਆਪਾਂ ਆਪਣੇ ਜਨਰਲ ਟਰੀ ਨੂੰ ਬਾਈਨਰੀ ਟਰੀ ਦੇ ਵਿੱਚ ਕਨਵਰਟ ਕਰ ਸਕਦੇ ਹਾਂ। ਠੀਕ ਹੈ, ਸੋ ਇਸ ਚੀਜ਼ ਨੂੰ ਧਿਆਨ ਨਾਲ ਦੇਖ ਲਓ, ਕੋਈ ਚੀਜ਼ ਨਾ ਪਤਾ ਲੱਗੀ ਹੋਵੇ ਤਾਂ ਮੈਨੂੰ ਪੁੱਛ ਲਓ ਦੁਬਾਰਾ। ਹਾਊ ਟੂ ਕਨਵਰਟ ਅ ਜਨਰਲ ਟਰੀ ਇਨਟੂ ਬਾਈਨਰੀ ਟਰੀ। ਫਸਟ ਚਾਈਲਡ ਨੈਕਸਟ ਸਿਬਲਿੰਗ, ਆ ਜਿਹੜਾ ਹੈ ਆਪਾਂ ਰੂਲ ਯਾਦ ਰੱਖਣਾ ਹੈ, ਫਸਟ ਚਾਈਲਡ ਨੈਕਸਟ ਸਿਬਲਿੰਗ। ਮੀਨਸ ਆਪਾਂ ਨੇ 2 ਲਿੰਕ ਕ੍ਰੀਏਟ ਕਰਨੇ ਆ ਹਰ ਨੋਡ ਵਾਸਤੇ। ਪਹਿਲਾ ਲਿੰਕ ਆਪਾਂ ਚਾਈਲਡ ਨੂੰ ਦੇ ਦੇਣਾ, ਦੂਸਰਾ ਲਿੰਕ ਆਪਾਂ ਸਿਬਲਿੰਗ ਨੂੰ ਦੇ ਦੇਣਾ। ਪਹਿਲਾ ਲਿੰਕ ਚਾਈਲਡ ਨੂੰ, ਦੂਸਰਾ ਲਿੰਕ ਸਿਬਲਿੰਗ ਨੂੰ। ਠੀਕ ਹੈ, ਸੋ ਇਥੋਂ ਇਸ ਨੋਡ ਵਾਸਤੇ 2 ਲਿੰਕ, ਪਹਿਲਾ ਲਿੰਕ ਚਾਈਲਡ ਨੂੰ, ਦੂਸਰਾ ਸਿਬਲਿੰਗ ਨੂੰ, ਪਹਿਲਾ ਲਿੰਕ ਚਾਈਲਡ ਨੂੰ, ਦੂਸਰਾ ਸਿਬਲਿੰਗ ਨੂੰ, ਪਹਿਲਾ ਲਿੰਕ ਚਾਈਲਡ ਨੂੰ, ਦੂਸਰਾ ਸਿਬਲਿੰਗ ਨੂੰ। ਇੱਥੇ ਆਵਾਂਗੇ ਪਹਿਲਾ ਲਿੰਕ ਚਾਈਲਡ ਨੂੰ, ਦੂਸਰਾ ਸਿਬਲਿੰਗ ਨੂੰ। ਸੋ ਇੱਥੇ ਆਵਾਂਗੇ ਪਹਿਲਾ ਲਿੰਕ ਚਾਈਲਡ ਨੂੰ, ਇਹਦਾ ਸਿਬਲਿੰਗ ਕੋਈ ਨਹੀਂ ਹੈਗਾ। ਠੀਕ ਹੈ, ਇੱਥੇ ਆਵਾਂਗੇ ਪਹਿਲਾ ਲਿੰਕ ਇਹਦਾ ਚਾਈਲਡ ਕੋਈ ਨਹੀਂ ਹੈਗਾ, ਇਹਦਾ ਸਿਬਲਿੰਗ ਹੈਗਾ। ਸੋ ਆ ਟੁੱਟ ਜਾਏਗਾ, ਆ ਜਨਰੇਟ ਹੋਏਗਾ, ਆ ਵਾਲਾ ਟੁੱਟੇਗਾ, ਆ ਜਨਰੇਟ ਹੋਏਗਾ। ਠੀਕ, ਸੋ ਇਸੇ ਤਰ੍ਹਾਂ ਇਹਦੇ ਵਿੱਚ ਪਹਿਲਾ ਚਾਈਲਡ ਨੂੰ, ਦੂਸਰਾ ਸਿਬਲਿੰਗ ਨੂੰ। ਠੀਕ, ਸੋ ਆ ਟੁੱਟ ਜਾਏਗਾ, ਆ ਜਨਰੇਟ ਹੋਏਗਾ, ਆਹ ਬਣ ਗਿਆ, ਇਹਦਾ ਚਾਈਲਡ ਕੋਈ ਨਹੀਂ ਹੈਗਾ, ਇੱਥੋਂ ਆ ਟੁੱਟੇਗਾ, ਆ ਬ੍ਰੇਕ ਹੋਏਗਾ, ਆ ਜਨਰੇਟ ਹੋਏਗਾ। ਇਹਦਾ ਵੀ ਚਾਈਲਡ ਕੋਈ ਨਹੀਂ ਹੈਗਾ, ਇੱਥੋਂ ਆ ਲਿੰਕ ਬਣੇਗਾ, ਆ ਟੁੱਟੇਗਾ, ਆ ਜਨਰੇਟ ਹੋਏਗਾ। ਠੀਕ, ਸੋ ਇਸ ਤਰ੍ਹਾਂ ਕਰਕੇ ਤੁਸੀਂ ਆਪਣੇ ਕਿਸੇ ਵੀ ਜੈਨਰਿਕ ਟਰੀ ਨੂੰ ਬਾਈਨਰੀ ਟਰੀ ਦੇ ਵਿੱਚ ਕਨਵਰਟ ਕਰ ਸਕਦੇ ਹੋ। ਆਈ ਹੋਪ ਇਟ ਇਜ਼ ਕਲੀਅਰ। ਕੋਈ ਚੀਜ਼ ਨਾ ਪਤਾ ਲੱਗੀ ਹੋਵੇ ਤਾਂ ਐਨੀ ਡਾਊਟ ਟਿਲ ਨਾਓ? So these are some of the properties of binary tree. So ਬਾਕੀ ਦੀਆਂ ਆਪਾਂ properties ਕੱਲ ਕਰਾਂਗੇ, ਅੱਜ ਦੇ ਵਾਸਤੇ ਆਪਣਾ ਇੰਨਾ ਹੀ ਹੈ। ਠੀਕ ਹੈ, ਸੋ ਅੱਜ ਆਪਾਂ ਕਵਰ ਕੀਤਾ ਜਨਰਲ ਟਰੀ। ਟਰੀ ਦੀ ਇੱਕ ਜਨਰਲ ਡੈਫੀਨੇਸ਼ਨ, ਆਪਾਂ ਬਾਈਨਰੀ ਟਰੀ ਦੀ ਨਹੀਂ ਗੱਲ ਕਰਦੇ। ਟਰੀ ਦੇ ਵਿੱਚੋਂ ਵੀ ਬਹੁਤ ਤਰ੍ਹਾਂ ਦੀਆਂ ਕਿਸਮਾਂ ਹੁੰਦੀਆਂ ਨੇ, ਬਹੁਤ ਸਾਰੀਆਂ ਵੈਰਾਈਟੀਜ਼ ਹੈਗੀਆਂ ਨੇ ਉਹਦੀਆਂ। ਸਭ ਤੋਂ ਪਹਿਲਾਂ ਆਪਾਂ ਇੱਕ ਜਨਰਲ ਟਰੀ ਨੂੰ ਅੰਡਰਸਟੈਂਡ ਕਰੀਏ, ਉਸ ਤੋਂ ਬਾਅਦ ਆਪਾਂ ਉਹਦੇ ਜਿਹੜੀਆਂ ਵੈਰਾਈਟੀਜ਼ ਹੈਗੀਆਂ ਨੇ ਉਹਨਾਂ ਬਾਰੇ ਗੱਲ ਕਰਾਂਗੇ। ਦਾ ਮੋਸਟ ਵਾਈਡਲੀ ਯੂਜ਼ਡ ਜਿਹੜੀ ਵੈਰਾਈਟੀ ਹੈ ਦੈਟ ਇਜ਼ ਬਾਈਨਰੀ ਟਰੀ, ਤੇ ਉਹਦੇ ਬਾਰੇ ਹੀ ਆਪਾਂ ਗੱਲ ਕਰਾਂਗੇ ਡਿਟੇਲ ਦੇ ਵਿੱਚ। ਬਟ ਆਪਾਂ ਨੂੰ ਪਹਿਲਾਂ ਇੱਕ ਜਨਰਲ ਟਰੀ, ਉਹਦੀ ਜਿਹੜੀ ਜਨਰਲ ਟਰਮੀਨੋਲੋਜੀ ਹੈ ਉਹ ਕਲੀਅਰ ਹੋਣੀ ਚਾਹੀਦੀ ਹੈ। ਤਾਂ ਜਨਰਲ ਟਰੀ ਦੇ ਵਿੱਚ ਆਪਾਂ ਕੀ ਕੁਝ ਕਵਰ ਕਰ ਲਿਆ? ਇੱਕ ਰੂਟ ਨੋਡ ਹੁੰਦੀ ਹੈ, ਇੱਕ ਪੇਰੈਂਟ ਹੁੰਦੇ ਨੇ, ਐਜਿਸ ਹੁੰਦੇ ਨੇ, ਨੋਡਸ ਹੁੰਦੀਆਂ ਨੇ। ਠੀਕ ਹੈ, ਐਜਿਸ ਆਪਾਂ ਕਵਰ ਕਰ ਲਿਆ, ਪਾਥ ਕਵਰ ਕਰ ਲਿਆ, ਪਾਥ ਕੀ ਚੀਜ਼ ਹੈ। ਦੈਨ ਆਪਣੇ ਕੋਲ ਲੀਫ ਨੋਡ ਕਿਹਨੂੰ ਕਹਿੰਦੇ ਆ ਉਹ ਕਵਰ ਕੀਤਾ, ਸਿਬਲਿੰਗ ਕਿਹਨੂੰ ਕਹਿੰਦੇ ਆ ਉਹ ਕਵਰ ਕੀਤਾ, ਲੈਂਥ ਆਫ ਦੀ ਪਾਥ ਇਹਦਾ ਕੀ ਮੀਨਿੰਗ ਹੈ ਇਹ ਕਵਰ ਕਰ ਲਿਆ, ਡੈਪਥ ਕੀ ਹੁੰਦੀ ਹੈ, ਹਾਈਟ ਕੀ ਹੁੰਦੀ ਹੈ ਇਹ ਕਵਰ ਕਰ ਲਿਆ। ਦੈਨ ਆਪਾਂ ਉਹਦੇ ਜਿਹੜੇ ਐਂਸੈਸਟਰ ਡਿਸੈਂਡੈਂਟ ਦੀ ਗੱਲ ਕਰ ਲਈ ਵੀ ਇਹ ਦੋਨੋਂ ਕੀ ਚੀਜ਼ਾਂ ਨੇ। ਦੈਨ ਆਪਾਂ ਬਾਈਨਰੀ ਟਰੀ ਦੀ ਗੱਲ ਕੀਤੀ, ਤੇ ਇੱਕ ਜਨਰਲ ਟਰੀ ਤੋਂ ਬਾਈਨਰੀ ਟਰੀ ਨੂੰ ਕਿਵੇਂ ਕਨਵਰਟ ਕਰਨਾ ਹੈ ਉਹਦੇ ਬਾਰੇ ਆਪਾਂ ਨੇ ਅੰਡਰਸਟੈਂਡਿੰਗ ਲਈ। ਸੋ ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚੋਂ ਕੋਈ ਚੀਜ਼ ਨਾ ਪਤਾ ਲੱਗੀ ਹੋਵੇ ਤਾਂ ਆਪਾਂ ਦੁਬਾਰਾ ਡਿਸਕਸ ਕਰ ਲਾਂਗੇ।